770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, Armor Insurance is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। Armor Insurance Brokers 9054525127 905 452 5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਤੇ ਦੋਸਤ ਰੁਪਿੰਦਰ ਹੇਰ ਵੱਲੋਂ ਬਹੁਤ ਬਹੁਤ ਜੀ ਆਇਆਂ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਦੋਸਤੋ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਖੂਬਸੂਰਤ ਸੰਡੇ ਦੀ ਧੁੱਪ ਮਾਣ ਰਹੇ ਹੋ। ਸਟੇਜ 2 ਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨਸ ਹਟ ਗਈਆਂ ਨੇ ਉਹਦਾ ਆਨੰਦ ਮਾਣ ਰਹੇ ਹੋ, ਮਗਰ ਹਮੇਸ਼ਾ ਯਾਦ ਰੱਖੋ ਕਿ ਸੋਸ਼ਲ ਡਿਸਟੈਂਸਿੰਗ ਤੇ ਪ੍ਰੀਕਾਸ਼ਨ ਜਿਹੜੇ ਆ ਉਹ ਮੇਨਟੇਨ ਰੱਖੋ ਤਾਂ ਕਿ ਅਸੀਂ ਸਾਰੇ ਤੰਦਰੁਸਤ ਰਹੀਏ ਔਰ ਇਸ COVID-19 ਜਿਹੜੀ ਆ ਉਹਦੇ ਉੱਤੇ ਅਸੀਂ ਜਿੱਤ ਪਾ ਸਕੀਏ। ਹਰ ਸੰਡੇ 1 ਵਜੇ ਤੋਂ 2 ਵਜੇ ਤੱਕ ਮੈਂ ਤੁਹਾਡੇ ਨਾਲ ਰੂਬਰੂ ਹੁੰਦਾ ਔਰ ਹਰ ਟਾਈਮ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ, ਤੁਹਾਡੇ ਵਿਚਾਰ ਲਏ ਜਾਂਦੇ ਨੇ। ਇਸੇ ਤਰ੍ਹਾਂ ਅੱਜ ਅਸੀਂ ਉਸ ਟੌਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ ਜਿਹੜਾ ਟੌਪਿਕ ਬਹੁਤ ਘੱਟ ਜਿਹੜਾ ਆ ਸਾਊਥ ਏਸ਼ੀਅਨ ਕਮਿਊਨਿਟੀ, ਜਿੱਥੇ ਅਸੀਂ ਆਪਣਾ ਭਾਈਚਾਰਾ ਕਹਿੰਦੇ ਆ, ਬਰਾਊਨ ਲੋਕ ਖਾਸ ਤੌਰ 'ਤੇ ਇਹ ਵਰਡ ਯੂਜ਼ ਕੀਤਾ, ਬਰਾਊਨ ਪੀਪਲ, ਇਹਦੇ ਵਿੱਚ ਅਸੀਂ ਜਿਹੜਾ ਆ ਡਿਸਕਸ਼ਨ ਬਹੁਤ ਘੱਟ ਕਰਦੇ ਹਾਂ। ਮਗਰ ਏਮ ਇਸ ਡਿਸਕਸ਼ਨ ਦਾ ਇਹ ਰਹੇਗਾ ਕਿ ਅਸੀਂ ਇਸ ਟੌਪਿਕ ਨੂੰ, ਜਿਹੜੀ ਚੀਜ਼ ਨੂੰ ਅਸੀਂ ਇਗਨੋਰ ਕੀਤਾ ਹੋਇਆ, ਅਸੀਂ ਮਹਿਸੂਸ ਨਹੀਂ ਕਰ ਰਹੇ ਅੱਜ, ਉਹਦੇ ਬਾਰੇ ਗੱਲਬਾਤ ਕੀਤੀ ਜਾਏ ਔਰ ਨਾਲ ਹੀ ਇਹ ਸੋਚਿਆ ਜਾਏ ਕਿ ਕੀ ਉਹਦੇ ਵਿੱਚ ਸਾਡੀ ਕਮਿਊਨਿਟੀ ਜਿਹੜੀ ਆ ਉਹਦਾ ਆਪ ਦਾ ਕੀ ਕਸੂਰ ਹੈ। ਅਤੇ ਦੋਸਤੋ, ਅੱਜ ਮੈਂ ਤੁਹਾਡੇ ਨਾਲ ਜਿਹੜਾ ਨਵਾਂ ਟੌਪਿਕ ਲੈ ਕੇ ਆਇਆ ਉਹ ਟੌਪਿਕ ਹੈ ਰੇਸਿਜ਼ਮ ਇਨ ਕੈਨੇਡਾ। ਕਿ ਕੈਨੇਡਾ ਦੇ ਵਿੱਚ ਸਾਡੀ ਸਕਿਨ, ਸਾਡੀ ਭਾਸ਼ਾ, ਸਾਡਾ ਬੈਕਗਰਾਊਂਡ, ਉਹਦੇ ਕਰਕੇ ਸਾਨੂੰ ਕੀ ਜਿਹੜਾ ਆ ਵਿਤਕਰਾ ਜਿਹੜਾ ਉਹ ਸਾਹਮਣੇ ਆਉਂਦਾ ਆ, ਚਾਹੇ ਉਹ ਸਾਡੇ ਕੰਮ ਦੀ ਜਗ੍ਹਾ ਹੋਣ, ਚਾਹੇ ਉਹ ਸਾਡੇ ਬਿਜ਼ਨਸਿਸ ਹੋਣ ਅਤੇ ਚਾਹੇ ਸਾਡੀ ਉਹ ਰੋਜ਼ਮਰਾ ਦੀ ਜ਼ਿੰਦਗੀ ਹੋਏ। ਸੋ ਇਹਦੇ ਬਾਰੇ ਦੋਸਤੋ ਅਸੀਂ ਡਿਸਕਸ ਕਰਾਂਗੇ ਔਰ ਆਪਣੇ ਆਪ ਨੂੰ ਜਾਗਰਤ ਕਰਾਂਗੇ ਔਰ ਸੋਚ ਵਿਚਾਰ ਕਰਾਂਗੇ ਕਿ ਕੀ ਇਹ ਕਿਸ ਲੈਵਲ ਦੇ ਉੱਤੇ ਇਹ ਪ੍ਰੋਬਲਮ ਜਿਹੜੀ ਆ ਇਹ ਸਾਡੇ ਵਿੱਚ ਹੈ ਔਰ ਇਹਦਾ ਸਾਡੇ 'ਤੇ ਕੀ ਅਸਰ ਹੋ ਰਿਹਾ। ਤੁਸੀਂ ਸਟੂਡੀਓ ਦੇ ਨੰਬਰ ਦੇ ਉੱਤੇ ਕਾਲ ਕਰਕੇ ਸਾਡੇ ਨਾਲ ਲਾਈਵ ਵੀ ਜੁੜ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 416 620 1778 416 620 1778। ਤੁਸੀਂ ਵੈਬਸਾਈਟ ਉੱਤੇ www.eawaz.com ਦੇ ਉੱਤੇ ਜਾ ਕੇ ਵੀ ਲਾਈਵ ਪ੍ਰੋਗਰਾਮ ਸੁਣ ਸਕਦੇ ਹੋ ਔਰ ਆਪਣੇ ਫੋਨ ਦੇ ਦੁਆਰਾ ਈ-ਆਵਾਜ਼ ਓਫੀਸ਼ੀਅਲ ਜਿਹੜੀ ਐਪ ਡਾਊਨਲੋਡ ਕਰਕੇ ਵੀ ਲਾਈਵ ਪ੍ਰੋਗਰਾਮ ਸੁਣ ਸਕਦੇ ਹੋ। ਮੈਂ ਦੁਬਾਰਾ ਸਟੂਡੀਓ ਦਾ ਨੰਬਰ ਤੁਹਾਡੇ ਲਈ ਰਿਪੀਟ ਕਰਨਾ ਹੈ, 416 620 1778 416 620 1778। ਇਸ ਨੰਬਰ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਵਿਚਾਰ ਇਸ ਮੁੱਦੇ 'ਤੇ ਹੋਣ ਔਰ ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਵੱਲ ਅੱਗੇ ਵਧੀਏ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸ਼ਬਦ ਦੇ ਨਾਲ ਔਰ ਉਹਦੇ ਬਾਅਦ ਤੁਹਾਡੇ ਵਿਚਾਰ ਲੈਣ ਲਈ ਸਟੂਡੀਓ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਓਪਨ ਨੇ। ਜੀ ਸਦਕੇ ਕਾਲ ਕਰੋ 416 620 1778 'ਤੇ। नूर उपाया कुदरत के सब बंदे, एक नूर ते सब जग उपजा, कौन पले को मंदे। अवल अल्लाह नूर उपाया कुदरत के सब बंदे, एक नूर ते सब जग उपजा, कौन पले को मंदे। लोग परम न भूलो पाई, लोग
होगा परम न भूलो पाई, खालिक खलक खलक में खालिक हो रहे हो सर्ब थाई। अवल अल्लाह नूर उपाया कुदरत के सब बंदे, एक नूर ते सब जग उपजा कौन पले को मंदे। अवल अल्लाह नूर उपाया कुदरत के सब बंदे, एक नूर ते सब जग उपजा कौन भले को मंदे। माटी एक अनेक पात कर साजी साजन हारे, साजी साजन हारे। माटी एक अनेक पात कर साजी साजन हारे, ना कछ पोच माटी के पांडे, ना कछ पोच माटी के पांडे, ना कछ पोच कुंभार, ना कछ पोच कुंभार। अवल अल्लाह नूर उपाया कुदरत के सब बंदे, एक नूर ते सब जग उपजा कौन पले को मंदे। अवल अल्लाह नूर उपाया कुदरत के सब बंदे, एक नूर ते सब जग उपजा कौन भले को मंदे। दोस्तों 1914 एक ਉਹ ਸਾਲ ਹੈ ਜੋ ਕੈਨੇਡਾ ਦੇ ਇਤਿਹਾਸ 'ਚ ਤੇ ਸਾਊਥ ਏਸ਼ੀਅਨ ਦੇ ਇਤਿਹਾਸ ਵਿੱਚ ਬਹੁਤ ਵੱਡਾ ਇੱਕ ਇਵੈਂਟ ਲੈ ਕੇ ਆਇਆ ਸੀ, ਔਰ ਜਿਹਦੇ ਬਾਰੇ ਅਸੀਂ ਲਾਸਟ ਈਅਰ ਵੀ ਜਿਹੜੀ ਹੈ ਬਹੁਤ ਚਰਚਾ ਕੀਤੀ, ਔਰ ਉਹ ਸੀ ਕਾਮਾਗਾਟਾ ਮਾਰੂ। ਵੈਨਕੂਵਰ ਵਿੱਚ 376 ਲੋਕ ਸਾਊਥ ਏਸ਼ੀਅਨ ਓਰੀਜਨ ਇੰਡੀਆ ਤੋਂ, ਜਿਹਦੇ ਵਿੱਚ ਹਿੰਦੂ ਮੁਸਲਿਮ ਸਿੱਖ ਇਹ ਸਾਰੇ ਕੈਨੇਡਾ ਦੀ ਧਰਤੀ ਤੋਂ ਜਿਹੜੇ ਆ ਵਾਪਸ ਭੇਜ ਦਿੱਤੇ ਗਏ। ਕਿਉਂ? ਕਿਉਂਕਿ ਉਹਨਾਂ ਦੀ ਸਕਿਨ ਦਾ ਕਲਰ ਵੱਖਰਾ ਸੀ, ਉਹਨਾਂ ਦੀ ਭਾਸ਼ਾ ਵੱਖਰੀ ਸੀ, ਔਰ ਉਹ ਇਹ ਸਮਝੇ ਜਾਂਦੇ ਸੀਗੇ ਕਿ ਉਹ ਇੱਕ ਸੈਕੰਡ ਗ੍ਰੇਡ ਸਿਟੀਜ਼ਨ ਨੇ। ਅੱਜ ਦਾ ਅਸੀਂ ਟੌਪਿਕ ਜਿਹੜਾ ਡਿਸਕਸ ਕਰਨ ਲੱਗੇ ਹਾਂ ਕਿ 106 ਸਾਲ ਬਾਅਦ ਕੀ ਉਹਦੇ ਵਿੱਚ ਕੋਈ ਅੰਤਰ ਆਇਆ। ਹਾਂ, ਇਹ ਜ਼ਰੂਰ ਹੈ ਕਿ ਗਵਰਨਮੈਂਟ ਨੇ ਉਹਦੇ ਬਾਰੇ ਮਾਫੀ ਵੀ ਮੰਗੀ। ਕੀ ਉਹ ਮਾਫੀ ਸਿਰਫ ਸਾਡੇ ਸੁਣ ਤੱਕ ਸੀਮਤ ਆ? ਕੀ ਉਹ ਪ੍ਰੈਕਟੀਕਲੀ ਬਿਜ਼ਨਸਿਸ ਵਿੱਚ, ਕਾਰਪੋਰੇਟਸ ਦੇ ਵਿੱਚ, ਗਵਰਨਮੈਂਟ ਦੇ ਅਦਾਰਿਆਂ ਦੇ ਵਿੱਚ ਉਸ ਮਾਫੀ ਦਾ ਕੋਈ ਅਸਰ ਹੈ? ਅੱਜ ਅਸੀਂ ਡਿਸਕਸ ਕਰਾਂਗੇ ਕਿ ਇੱਥੇ ਸਾਡੇ ਨਾਲ ਖਾਸ ਤੌਰ 'ਤੇ ਸਾਊਥ ਏਸ਼ੀਅਨ ਭਾਈਚਾਰਾ, ਉਹਦੇ ਨਾਲ ਉਹਦੀ ਕੀ ਹਿਸਟਰੀ ਹੈ ਜਿਹੜੀ ਆ ਸਾਡੀ ਰੇਸਿਜ਼ਮ ਦੀ। ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਖਾਸ ਤੌਰ 'ਤੇ ਸਾਡਾ ਭਾਈਚਾਰਾ ਕਿਉਂ ਮਹਿਸੂਸ ਨਹੀਂ ਕਰਦਾ ਕਿ ਇੱਥੇ ਰੇਸਿਜ਼ਮ ਐਗਜ਼ਿਸਟ ਕਰਦਾ ਆ। ਅਸੀਂ ਇਸ ਚੀਜ਼ ਬਾਰੇ ਬਹੁਤ ਘੱਟ ਡਿਸਕਸ ਕਰਦੇ ਹਾਂ, ਔਰ ਜੇ ਅਸੀਂ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਤਾਂ ਕੀ ਅਸੀਂ ਇਸ ਚੀਜ਼ ਦੇ ਉੱਤੇ ਚਿੰਤਤ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ, ਫਿਊਚਰ ਵਿੱਚ ਸਾਡਾ ਆਉਣ ਵਾਲਾ ਸਮਾਂ ਜਿਹੜਾ ਆ ਇਸ ਕਾਰਨ ਕਰਕੇ ਕਿਵੇਂ ਦਾ ਰਹੇਗਾ? ਕੀ ਅਸੀਂ ਉਸ ਚੀਜ਼ ਦੀ ਵੇਟ ਕਰ ਰਹੇ ਹਾਂ ਜਦੋਂ ਬਰਾਊਨ ਲਾਈਫ ਮੈਟਰ ਵੀ ਇੱਕ ਸਲੋਗਨ ਬਣੇਗਾ? ਕੀ ਅਸੀਂ ਬਲੈਕ ਲਾਈਫ ਮੈਟਰ ਤੋਂ ਕੁਝ ਸਿੱਖਿਆ? ਕੀ ਉਹ ਚੀਜ਼ ਇੱਥੇ ਸਾਡੇ ਨਾਲ ਹੁੰਦੀ ਹੈ? ਔਰ ਅਗਰ ਹੁੰਦੀ ਹੈ ਤਾਂ ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਸਾਡੇ ਭਾਈਚਾਰੇ ਦਾ ਕੀ ਕਸੂਰ ਆ, ਔਰ ਜੇ ਅਸੀਂ ਇਸੇ ਤਰ੍ਹਾਂ ਰਹੇ ਤਾਂ ਕੀ ਅਸੀਂ ਇਹਦਾ ਕੋਈ ਸੋਲੂਸ਼ਨ ਲੱਭ ਸਕਾਂਗੇ? ਉਸ ਤੋਂ ਅੱਜ ਦੇ ਮੁੱਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਡਿਸਕਸ਼ਨ ਹੋਏਗੀ, ਔਰ ਇਸ ਡਿਸਕਸ਼ਨ ਦਾ ਸਿਰਫ ਇੱਕ ਹੀ ਪਰਪਸ ਹੈ ਕਿ ਅਸੀਂ ਇੱਕ ਐਜ਼ ਅ ਕਮਿਊਨਿਟੀ, ਚਾਹੇ ਅਸੀਂ ਪਾਕਿਸਤਾਨੀ ਹੋਈਏ, ਬੰਗਲਾਦੇਸ਼ੀ ਹੋਈਏ, ਚਾਹੇ ਇੰਡੀਅਨ ਹੋਈਏ, ਜਿਹੜਾ ਵੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਬਿਲੋਂਗ ਕਰਦਾ ਆ, ਉਹ ਸਾਰੇ ਹੀ ਇਹ ਚੀਜ਼ ਜਿਹੜੇ ਆ ਉਹਨੂੰ ਰਿਅਲਾਈਜ਼ ਕਰਨ ਕਿ ਯੈਸ ਦੇਰ ਇਜ਼ ਅ ਰੇਸਿਜ਼ਮ। ਸਾਡੇ ਭਾਈਚਾਰੇ ਨਾਲੋਂ ਜ਼ਿਆਦਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਖੁਦ ਕੇਵਲ ਲਾਸਟ ਮੰਥ ਐਕਸੈਪਟ ਕੀਤਾ ਆ ਕਿ ਯੈਸ
ਰੇਸਿਜ਼ਮ ਐਗਜ਼ਿਸਟ ਕਰਦਾ ਕੈਨੇਡਾ ਦੇ ਵਿੱਚ। ਇੰਡੀਜਨਸ ਮਿਨਿਸਟਰ ਮਿਸਟਰ ਮਿਲਰ ਨੇ ਐਕਸੈਪਟ ਕੀਤਾ ਆ ਕਿ ਹਾਂ ਰੇਸਿਜ਼ਮ ਕੈਨੇਡਾ 'ਚ ਐਕਸੈਪਟ ਕਰਦਾ ਆ। ਰੇਸਿਜ਼ਮ ਕੈਨੇਡਾ ਦੇ ਵਿੱਚ ਹਰ ਕਿੱਤੇ ਦੇ ਵਿੱਚ ਹੈ। RCMP ਨੇ ਐਕਸੈਪਟ ਕੀਤਾ ਆ ਕਿ ਯੈਸ ਰੇਸਿਜ਼ਮ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਹੈ ਔਰ ਇਹਨੂੰ ਐਕਸੈਪਟ ਕੀਤਾ ਜਾ ਰਿਹਾ। ਸੋ ਕੀ ਵਜ੍ਹਾ ਆ ਕਿ ਸਾਡਾ ਭਾਈਚਾਰਾ ਇੱਕ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਆ ਉਹ ਕਿਉਂ ਨਹੀਂ ਇਸ ਚੀਜ਼ ਨੂੰ ਵੇਖਦੀ, ਕਿਉਂ ਨਹੀਂ ਉਹ ਮਹਿਸੂਸ ਕਰਦੀ ਕਿ ਯੈਸ ਰੇਸਿਜ਼ਮ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਐਗਜ਼ਿਸਟ ਕਰਦੀ ਹੈ ਔਰ ਇਹਦੇ ਬਾਰੇ ਅਸੀਂ ਕਿਉਂ ਨਹੀਂ ਗੱਲ ਕਰਦੇ। ਅਸੀਂ ਹਰ ਉਹ ਚੀਜ਼ ਬਾਰੇ ਗੱਲ ਕਰਦੇ ਹਾਂ ਮਗਰ ਇਸ ਚੀਜ਼ ਬਾਰੇ ਨਹੀਂ ਗੱਲ ਕਰਦੇ, ਜਦ ਕਿ ਸਾਡੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਜੂਨ ਦੇ ਵਿੱਚ ਐਕਸੈਪਟ ਕਰ ਚੁੱਕੇ ਆ ਕਿ ਹਾਂ ਕੈਨੇਡਾ ਦੇ ਵਿੱਚ ਰੇਸਿਜ਼ਮ ਹੈ। ਸੋ ਅੱਜ ਅਸੀਂ ਡਿਸਕਸ ਕਰਾਂਗੇ। ਸਾਡੇ ਨਾਲ ਦੇਵ ਕਪਿਲ ਜੀ ਨਿਊ ਬਰੈਂਪਟਨ ਦੇ ਚੇਅਰ ਜਿਹੜੇ ਆ ਉਹ ਵੀ ਜੁੜ ਚੁੱਕੇ ਆ। ਉਹ ਸਾਡੇ ਨਾਲ ਕੁਝ ਸਮਾਂ ਰਹਿਣਗੇ ਔਰ ਆਪਣੇ ਐਕਸਪੀਰੀਅੰਸ ਤੋਂ ਆਪਣੇ ਵਿਚਾਰ ਜਿਹੜੇ ਆ ਉਹ ਸ਼ੇਅਰ ਕਰਦੇ ਰਹਿਣਗੇ। ਕਾਲਰਸ ਵੀ ਹੋਰ ਕਾਲ ਕਰ ਸਕਦੇ ਆ। ਦੇਵ ਜੀ ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਹਿਬ। ਥੈਂਕ ਯੂ ਵੈਰੀ ਮਚ। ਹੈਲੋ ਟੂ एवरीवन ਜੀ। ਦੇਵ ਜੀ ਅਸੀਂ ਤੁਸੀਂ ਟੌਪਿਕ ਸਾਡਾ ਸੁਣ ਹੀ ਲਿਆ। ਸੋ ਆਈ ਜਸਟ ਵਾਂਟ ਪਹਿਲਾ ਕੁਐਸਚਨ ਸਾਡਾ ਇਹੀ ਹੈ ਕਿ ਕੀ ਜੋ ਸਾਡਾ ਇਤਿਹਾਸ ਹੈ ਰੇਸਿਜ਼ਮ ਇੱਥੇ ਸਾਨੂੰ ਇਹ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਦੀ ਐਗਜ਼ਿਸਟੈਂਸ ਹੀ ਜਿਹੜੀ ਆ ਕਲੋਨਲਾਈਜੇਸ਼ਨ ਕਰਕੇ ਹੋਈ ਆ। ਇੱਥੇ ਐਗਜ਼ਿਸਟੈਂਸ ਜਿਹੜੀ ਆ ਉਹ ਇੰਡੀਜਨਸ ਲੋਕਾਂ ਦੀ ਧਰਤੀ ਲੈ ਕੇ ਉੱਥੋਂ ਸ਼ੁਰੂ ਹੋਈ ਆ, ਜਿਹਦਾ ਇਸ ਕੰਟਰੀ ਦੀ ਸ਼ੁਰੂਆਤ ਉੱਥੇ ਹੈਗੀ ਆ। ਸੋ ਕੀ ਵਜ੍ਹਾ ਆ ਕਿ ਅਸੀਂ 106 ਸਾਲਾਂ ਦੇ ਵਿੱਚ ਇੱਕ ਮਾਫੀ ਤੋਂ ਇਲਾਵਾ ਜੋ ਕਾਮਾਗਾਟੂ ਮਾਰੂ ਦੀ ਮਾਫੀ ਮੰਗੀ ਗਈ ਆ, ਅਸੀਂ ਐਜ਼ ਸਾਊਥ ਏਸ਼ੀਅਨ ਕਮਿਊਨਿਟੀ ਐਜ਼ ਹੋਲ ਨਾਟ ਇੰਡੀਅਨ ਸਾਰੇ ਲੋਕ ਜਿਹੜੇ ਆ ਉਹ ਕਿਉਂ ਇਸ ਚੀਜ਼ ਨੂੰ ਅਜੇ ਤੱਕ ਫੀਲ ਨਹੀਂ ਕਰਦੇ, ਜਦ ਕਿ ਰਿਐਲਿਟੀ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਅਸੀਂ ਮਨਦੀਪ ਤੋਂ ਮੈਂਡੀ ਬਣ ਜਾਂਦੇ ਹਾਂ, ਗਰੇਵਾ ਗੁਰਿੰਦਰ ਸਿੰਘ ਤੋਂ ਗੈਰੀ ਬਣ ਜਾਂਦੇ ਹਾਂ। ਇਹ ਸਾਰੀਆਂ ਚੀਜ਼ਾਂ ਐਕਚੁਅਲੀ ਉਸੇ ਚੀਜ਼ ਨੂੰ ਲੀਡ ਕਰਦੀਆਂ ਆ ਜੋ ਚੀਜ਼ ਇਹ ਵੀ ਇੱਕ ਕਿਸਮ ਦੀ ਰੇਸਿਜ਼ਮ ਹੈ ਜੋ ਅਸੀਂ ਨਹੀਂ ਮਹਿਸੂਸ ਕਰਦੇ। ਤੇ ਤੁਸੀਂ ਕੀ ਵਿਚਾਰ ਦਿਓਗੇ ਇਹਦੇ ਉੱਤੇ? ਫਸਟ ਆਫ ਆਲ ਕਰਨਲ ਸਾਹਿਬ ਕੰਗ੍ਰੈਚੁਲੇਸ਼ਨ ਸਾਡੇ ਸ਼ੋਅ ਦਾ। ਇਟਸ ਬੀਨ ਵੈਰੀ ਇੰਟਰਸਟਿੰਗ। ਆਈ ਵਿਸ਼ ਯੂ ਆਲ ਦ ਬੈਸਟ ਕਿ ਸ਼ੋਅ ਆਪਣਾ ਚੰਗਾ ਚੱਲੇ। ਥੈਂਕ ਯੂ। with respect to racism, ਮੇਰੀ ਥੋੜੀ ਜਿਹੀ ਡਿਫਰੈਂਟ ਬਿਲੀਫ ਹੈ। ਰੇਸਿਜ਼ਮ ਇਜ਼ ਸਮਥਿੰਗ ਮੇਰੇ ਹਿਸਾਬ ਨਾਲ ਨਾ ਇਹ ਸਾਰੀ ਦੁਨੀਆ 'ਚ ਹੈਗਾ, ਆਪਣੇ ਇੰਡੀਆ 'ਚ ਵੀ ਹੈਗਾ, ਆਪਣੇ ਕੋਈ ਵੀ ਕੰਟਰੀ ਲੈ ਲਓ ਉੱਥੇ ਹੈਗਾ ਤੇ ਇਹ ਰਹੇਗਾ। ਇਹਦਾ ਮਤਲਬ ਕੁਐਸਚਨ ਇਹ ਹੁੰਦਾ ਹੈ ਕਿ ਰੇਸਿਜ਼ਮ ਕਰਕੇ ਤੁਸੀਂ ਪਿੱਛੇ ਰਹਿੰਦੇ ਹੈ ਕਿ ਨਹੀਂ ਰਹਿੰਦੇ, ਉਹ ਕੁਐਸਚਨ ਹੈਗਾ। ਮੇਰੇ ਥਿੰਕਿੰਗ ਇਹ ਹੈ ਕਿ ਲਾਈਕ ਮਾਈ ਐਕਸਪੀਰੀਅੰਸ 40 years ਕੈਨੇਡਾ ਦੇ ਵਿੱਚ, I personally have not experienced, with the exception of one time, racism in my life. ਉਹਦਾ ਕਾਰਨ ਇਹ ਹੈ ਕਿ how we deal, how we operate with people, it matters. ਜੇ ਆਪਾਂ ਕੰਮ ਕਰੋਗੇ ਜਿੱਥੇ ਸਾਨੂੰ ਬੰਦੇ ਪੁਆਇੰਟ ਕਰ ਸਕਦੇ ਉਂਗਲੀਆਂ ਸਾਡੇ ਵੱਲ, ਫਿਰ ਉਹ ਰੇਸਿਜ਼ਮ ਐਕਟਿਵ ਬਣ ਜਾਂਦਾ ਹੈਗਾ। ਤੇ I just hope we never have to go through brown lives matter. I hope that never happens. Because when that happens, now you have, in my opinion, highlighted racism and you have put a focus on something which there was no need for. Apni community, typically, like I always say, apni Indian community khaskar, is well respected worldwide. Wherever we go, we have actually helped the community or the country we have been in. You look at US, you look at Canada, you look at everywhere. Problem ਇਹ ਹੈ ਕਿ how our community deals with it. ਹੁਣ ਅੱਜ ਕੱਲ੍ਹ ਜਿਸ ਤਰ੍ਹਾਂ ਹੁਣ ਆਪਣੇ because of this new immigration happening, there are a lot of cases going on, lot of ਬੱਚੇ ਵਗੈਰਾ ਪੰਗੇ ਪੰਗੇ ਪਾਏ ਜਾਂਦੇ ਹੈਗੇ, things like that are happening. ਉਹਦੇ ਕਰਕੇ racism ਵਧੇਗਾ ਕਿਉਂਕਿ ਅਸੀਂ ਇਹ ਸਾਡੀ ਕਮਿਊਨਿਟੀ ਦੀ ਗਲਤੀ ਹੈ, ਅਸੀਂ ਐਕਸੈਪਟ ਕਰ ਰਹੇ ਹਾਂ ਆਪਣੀ ਫੈਮਲੀਜ਼ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਫਰੈਂਡਸ ਨੂੰ ਕਿ ਤੁਸੀਂ ਉਲਟੇ ਸਿੱਧੇ ਕੰਮ ਕਰੋ and it should be accepted. I think to control the racism, in my opinion, in Canada especially, against ਸਾਡੀ community ਬਾਰੇ, which has never been in the history, in my opinion. Like it was always there. Like India 'ਚ ਹੁੰਦਾ ਹੈ ਕਿ ਜੇ ਕੋਈ ਗੋਰਾ ਆਪਣਾ ਇੰਡੀਆ ਆ ਕੇ ਕੰਮ ਕਰਦਾ ਹੈ ਆਪਾਂ। ਦੇਵ ਕਪਿਲ ਜੀ ਸ਼ਾਇਦ ਤੁਹਾਡੀ ਲਾਈਨ ਡ੍ਰੌਪ ਹੋ ਗਈ ਹੈ, ਤੁਸੀਂ ਦੁਬਾਰਾ ਕਾਲ ਕਰ ਲਓ। ਔਰ ਇੱਥੇ ਜਿਹੜਾ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ
ਇਹ ਸਾਡੀ ਸਾਊਥ ਏਸ਼ੀਅਨ ਭਾਈਚਾਰੇ ਦੀ ਖਾਸ ਤੌਰ ਤੇ ਉਹਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿਵੇਂ ਆਪਣੀ ਜਿਹੜੀ ਆ ਇਮੇਜ ਉਹਨੂੰ ਬਣਾ ਕੇ ਰੱਖਣਾ ਆ ਤਾਂ ਕਿ ਸਾਡੇ ਉੱਤੇ ਲੋਕ ਕੁਐਸਚਨ ਨਾ ਕਰ ਸਕਣ। ਮਗਰ ਇੱਥੇ ਸਵਾਲ ਇਹ ਵੀ ਆਉਂਦਾ ਆ ਕਿ ਕੀ ਸਾਡੇ ਦਿਮਾਗ ਦੇ ਵਿੱਚ ਜਦੋਂ ਦੀ ਅਸੀਂ ਗੁਲਾਮੀ ਕੱਟੀ ਹੈ ਅੰਗਰੇਜ਼ਾਂ ਦੇ ਥੱਲੇ, ਉਦੋਂ ਦਾ ਅਸੀਂ ਇੱਕ ਫੈਕਟਰ ਐਕਸੈਪਟ ਕਰ ਲਿਆ ਆ ਕਿ ਗੋਰਾ ਹੋਣਾ ਇੱਕ ਸੁਪੀਰੀਅਰਿਟੀ ਆ, ਚਾਹੇ ਉਹ ਸਾਡੇ ਰੰਗ ਦੇ ਵਿੱਚ ਹੋਏ। ਤੁਸੀਂ ਇੱਕ ਆਮ ਤੁਸੀਂ ਇੱਕ ਭਾਵਨਾ ਵੀ ਵੇਖ ਸਕਦੇ ਹੋ ਕਿ ਅਸੀਂ ਕਿਤੇ ਵੀ ਗੱਲ ਕਰਦੇ ਆ ਕਿੰਨਾ ਪ੍ਰੋਡਕਟ ਜਿਹੜਾ ਆ ਉਹ ਸਿਰਫ ਜਿਹੜੀ ਆ ਚਮੜੀ ਗੋਰੀ ਕਰਨ ਵਾਸਤੇ ਵੇਚਿਆ ਜਾ ਰਿਹਾ। ਇਹ ਸਾਡੇ ਦਿਮਾਗ ਦੇ ਉੱਤੇ ਇਹ ਕੋਲੋਨਲਾਈਜੇਸ਼ਨ ਦਾ, ਸਾਡੀ ਜਿਹੜੀ ਗੁਲਾਮੀ ਆ ਉਹਦਾ ਅਸਰ ਹੋ ਗਿਆ। ਸੋ ਕਿਤੇ ਇਹ ਨਹੀਂ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਇਨਫੀਰੀਅਰ ਸਮਝਣ ਲੱਗ ਪੈਂਦੇ ਹਾਂ ਔਰ ਇੱਕ ਕ੍ਰੈਡੀਬਿਲਿਟੀ ਦੇ ਰਹੇ ਹਾਂ ਕਿ ਜੇ ਕੋਈ ਬੰਦਾ ਕਿਸੇ ਦੀ ਸਕਿਨ ਜਿਹੜੀ ਆ ਉਹ ਵਾਈਟ ਹੈਗੀ ਆ ਤਾਂ ਉਹ ਸਾਡੇ ਨਾਲ ਸੁਪੀਰੀਅਰ ਆ। ਔਰ ਬੇਸ਼ੱਕ ਉਹ ਵੀ ਉਹੋ ਹੀ ਗਲਤੀਆਂ ਕਰਦੇ ਹੋਣ, ਉਸੇ ਤਰ੍ਹਾਂ ਦੀਆਂ ਹੀ ਹਰਕਤਾਂ ਕਰਦੇ ਹੋਣ, ਚਾਹੇ ਉਹ ਵੇਖੋ ਕੈਨੇਡਾ ਦੀ ਹਿਸਟਰੀ ਵਿੱਚ ਤੁਸੀਂ ਇੰਨੇ ਸਾਲਾਂ ਤੋਂ ਹਰ ਇੱਕ ਕਮਿਊਨਿਟੀ ਨੇ ਚੋਰੀ ਵੀ ਕੀਤੀ ਹੈ, ਹਰ ਕਮਿਊਨਿਟੀ ਨੇ ਜੋ ਹੈ ਉਹ ਨਾ ਮਾਫੀਆ ਵੀ ਹੈ, ਹਰ ਕਮਿਊਨਿਟੀ ਨੇ ਡਰੱਗ ਵੀ ਡੀਲ ਕੀਤੀ ਆ, ਹਰ ਇੱਕ ਚੀਜ਼ ਕੀਤੀ ਆ। ਮਗਰ ਜਿੱਥੇ ਬਰਾਊਨ ਚਮੜੀ ਆ ਜਾਂਦੀ ਆ ਉੱਥੇ ਇਹ ਚੀਜ਼ ਜਿਹੜੀ ਆ ਇਹ ਜ਼ਿਆਦਾ ਹਾਈਲਾਈਟ ਹੋ ਜਾਂਦੀ ਹੈ। ਸੋ ਕੀ ਲੱਗਦਾ ਤੁਹਾਨੂੰ ਕਿ ਅਸੀਂ ਅਜੇ ਤੱਕ ਉਸ ਗੁਲਾਮੀ ਚੋਂ ਨਿਕਲੇ ਨਹੀਂ, ਜਾਂ ਅਸੀਂ ਅਜੇ ਵੀ ਜਿਹੜੀ ਆ ਵਾਈਟ ਚਮੜੀ ਜਿਹੜੀ ਉਹਨੂੰ ਇੱਕ ਸੁਪੀਰੀਅਰ ਮੰਨਦੇ ਆ? ਔਰ ਜੇ ਉਲਟਾ ਸੋਚੀਏ ਤੇ ਵਾਈਟ ਚਮੜੀ ਜਿਹੜੀ ਆ ਬਰਾਊਨ ਚਮੜੀ ਨੂੰ ਇਨਫੀਰੀਅਰ ਮੰਨਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤੁਹਾਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਐਗਜ਼ਿਸਟ ਕਰਦੀ ਹੈ ਸਾਡੇ ਦਿਮਾਗ ਦੇ ਵਿੱਚ? ਹਾਂਜੀ ਦੇਵ ਜੀ, ਤੁਸੀਂ ਔਨ ਦਾ ਏਅਰ ਹੋ। Yeah, so like I was saying ਕਿ ਉਹਦੇ 'ਚ ਕੀ ਹੁੰਦਾ ਹੈ ਕਿ ਹੁਣ ਜਿਸ ਤਰ੍ਹਾਂ ਆਪਣਾ ਇੰਡੀਆ ਹੈਗਾ, ਇੰਡੀਆ ਜੇ ਲੈਟਸ ਸੇ ਕੋਈ ਗੋਰਾ ਕੇ ਕੰਮ ਕਰਦਾ ਹੈ, ਸੋ ਵੀ ਵਿਲ ਸੇ ਹਾਂ ਵੀ ਆ ਤਾਂ ਗੋਰਾ ਕੰਮ ਕਰਦਾ ਇੱਥੇ, ਠੀਕ ਹੈ ਨਾ। ਮਗਰ ਅਸੀਂ ਉਹਨੂੰ ਹੇਟ ਨਾਲ ਜਾਂ ਅਸੀਂ ਉਹਨੂੰ ਪਿੱਛੇ ਨਹੀਂ ਕਰਦੇ, ਬੇਸ਼ੱਕ ਗੋਰਾ ਹੋਵੇ, ਕਾਲਾ ਹੋਵੇ, ਮੈਕਸੀਕਨ ਕੋਈ ਵੀ ਹੋਵੇ। ਆਪਾਂ ਵੀ ਡੋਂਟ ਵਿਦ ਹੇਟ ਵੀ ਨੋਰਮਲੀ ਡੋਂਟ ਗੋ ਅਗੇਂਸਟ ਦੈਮ ਕਿ ਉਹਨਾਂ ਦੀ ਗਰੋਥ ਨਾ ਹੋਵੇ, ਉਹ ਅੱਗੇ ਵਧੇ ਨਾ। ਜੇ ਉਹ ਕਾਬਿਲ ਹੈ ਅਸੀਂ ਉਹਨੂੰ ਸਪੋਰਟ ਕਰਦੇ ਹਾਂ। ਉੱਦਾਂ ਹੀ ਮੈਨੂੰ ਫੀਲ ਹੁੰਦਾ, ਮੇਰੀ ਪਰਸਨਲ ਐਕਸਪੀਰੀਅੰਸ 40 ਸਾਲ ਦਾ ਕੈਨੇਡਾ 'ਚ ਹੈਗਾ ਕਿ ਆਈ ਫੈਲ ਦ ਸੇਮ ਵੇ ਕਿ ਮੈਨੂੰ ਕਦੀ ਵੀ ਇਨ ਮਾਈ ਕਰੀਅਰ ਆਈ ਹੈਵ ਨੈਵਰ ਬੀਨ ਹੈਲਡ ਬੈਕ ਬਿਕਾਜ਼ ਆਫ ਮਾਈ ਸਕਿਨ ਕਲਰ। I worked hard and I went ahead in my career, in my business. ਦੇਵ ਜੀ ਸਾਡੇ ਨਾਲ ਇੱਕ ਕਾਲਰ ਜੁੜ ਚੁੱਕਿਆ, ਉਹਨਾਂ ਦਾ ਪੁਆਇੰਟ ਲੈ ਕੇ ਤੁਸੀਂ ਪਲੀਜ਼ ਹੋਲਡ ਰੱਖੋ, ਕੰਟੀਨਿਊ ਰਹਿੰਦੇ ਆ ਤੁਹਾਡੇ ਨਾਲ। ਸਾਡੇ ਨਾਲ ਜਗਤਾਰ ਜੀ, ਤੁਸੀਂ ਔਨ ਦਾ ਏਅਰ ਹੋ। ਜਗਤਾਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਉੱਤੇ? ਰੁਪਿੰਦਰ ਵੀ ਸਤਿ ਸ਼੍ਰੀ ਅਕਾਲ, ਦੇਵ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਜੀ ਟੌਪਿਕ ਤੁਹਾਡਾ ਮੈਂ ਪਹਿਲਾਂ ਹੀ ਪੜ੍ਹਿਆ ਸੀ ਕੀ ਸੀ ਫੇਸਬੁੱਕ ਦੇ ਉੱਪਰ, ਤੇ ਇਹਦੇ ਬਾਰੇ ਮੈਂ ਥੋੜੀ ਥਾਟ ਕੀਤੀ ਸੀਗੀ ਕਿ ਆਪਾਂ ਦੇਖੋ ਜਿਹੜੀ ਧਰਤੀ ਤੋਂ ਆਪਾਂ ਆਏ ਨੇ ਜੀ, we are the most racist on that land. ਕਿਸੇ ਦੇ ਧਰਮ ਕਰਕੇ, ਜਾਤ ਕਰਕੇ, ਗੋਤ ਕਰਕੇ ਉਹ ਰੇਸਿਸਟ ਰਿਹਾ ਹੀ ਉੱਥੇ। ਆਪਾਂ ਜੀ ਗੋਰਿਆਂ ਦੀ ਗੱਲ ਕਰ ਰਹੇ ਸੀ, ਗੋਰੇ ਆਏ ਆਪਾਂ ਨੂੰ ਲੱਗਿਆ ਵੀ ਇਹ ਤਗੜੇ ਆ, ਆਪਣਾ ਮਾੜੇ ਆ। ਉਸ ਤੋਂ ਬਾਅਦ ਰਾਜੇ ਕੀ ਕਰਦੇ ਸੀ ਆਪਣੇ ਲੋਕਾਂ ਨਾਲ? ਉਹ ਜਿਹੜੀ ਲੈਂਡ ਤੋਂ ਆਪਾਂ ਕਿਸੇ ਵੀ ਲੈਂਡ ਤੋਂ ਆਪਾਂ ਜਾਂ ਰੂਲਰ ਸੀ ਨਾ ਜੀ, ਦੇ ਆਲਵੇਜ਼ ਉਹਨਾਂ ਲੋਕਾਂ ਨੂੰ ਦੱਬੇ ਹੀ ਸਾਰਿਆਂ ਨੇ ਉਹਨਾਂ ਨੇ, ਜਿਹਦਾ ਜ਼ੋਰ ਲੱਗਦਾ ਵੀ ਦੱਬਦਾ ਹੈਗਾ ਹਰ ਇੱਕ ਬੰਦਾ। ਸੋ ਨਾ ਇੰਨਾ ਕਿ ਹੁਣ ਦੁਨੀਆ ਵਿੱਚ ਫਰੀਡਮ ਆ ਗਈ ਹੈ, ਆਵਾਜ਼ ਪਤਾ ਲੱਗਦੀ ਲੋਕਾਂ ਨੂੰ, ਪੀਪਲ ਹੈਵ ਵੇ ਆਫ ਐਕਸਪ੍ਰੈਸਿੰਗ ਦੈਮਸੈਲਫ, ਤੇ ਉਹ ਜ਼ਿਆਦਾ ਹਾਈਲਾਈਟ ਹੁੰਦੀ ਹੈ। ਹੁਣ ਤੁਸੀਂ ਵੀ ਵੀਡੀਓ ਦੇਖਦੇ ਹੋ, ਕਈ ਸ਼ੇਅਰ ਵੀ ਕਰਦੇ ਹੋ, ਬਹੁਤ ਥਾਵਾਂ ਤੋਂ ਜਿਹੜੀ ਛੋਟੀ, ਸੌਰੀ ਆਈ ਡੋਂਟ ਬਿਲੀਵ ਇਨ ਦੈਟ, ਕਹਿਣਾ ਬੁਰਾ ਲੱਗਦਾ ਵੈ, ਜਿਨ੍ਹਾਂ ਨੂੰ ਕਿ ਲੋਅ ਕਾਸਟ ਤੇ ਕਿਹਾ ਜਾਂਦਾ ਵਾ ਇੰਡੀਆ ਵਿੱਚ, ਉੱਥੇ ਕਿਸ ਤਰ੍ਹਾਂ ਕੁੱਟਮਾਰ ਕਰਦੇ ਆ, ਜੋ ਉਹਨਾਂ ਦੇ ਹਾਲਾਤ ਕਰਦੇ ਹੈਗੇ ਆ, ਉਹਨਾਂ ਨੂੰ ਕੀ ਕੀ ਕਰਨਾ ਪੈਂਦਾ ਵੈ। ਉਹ ਰੇਸਿਸਟ ਨਹੀਂ ਆ, ਹਰ ਇੱਕ ਬੰਦਾ ਰੇਸਿਸਟ ਹੈ। ਮੈਂ ਵੀ ਰੇਸਿਸਟ ਹਾਂ ਬਹੁਤ ਥਾਵਾਂ ਤੇ। ਐਵਰੀਵਨ ਹੈਜ਼ ਦਿਸ ਬਿਲਟ ਇਨਟੂ ਦੈਮ। ਆਪਣਾ ਇੱਕ ਬੰਦੇ ਪ੍ਰਤੀ ਬਿਹੇਵੀਅਰ ਹੋ ਰਿਹਾ ਹੈ, ਦੂਜੇ ਬੰਦਾ ਉਸ ਤਰ੍ਹਾਂ ਦਾ ਹੋਵੇ ਉਹਦੇ ਪ੍ਰਤੀ ਬਿਹੇਵੀਅਰ ਹੋ ਰਿਹਾ ਹੈ। ਇਟਸ ਆਲਸੋ ਪਾਰਟ ਆਫ ਰੇਸਿਜ਼ਮ। ਸੋ ਵੀ ਰੇਸਿਜ਼ਮ ਜਿਹੜਾ ਹੈ ਨਾ, ਇਹ ਪਾਰਟ ਆਫ ਹਿਊਮਨ ਸਾਈਕੋਲੋਜੀ ਹੈ, ਬੰਦੇ ਦੇ ਦਿਮਾਗ 'ਚ ਹੀ ਹੈ ਇਹ। ਇੰਨਾ ਵੀ ਸਮ ਪੀਪਲ ਡੂ ਮੋਰ ਦੈਨ ਦੀ ਅਦਰਸ। ਥੈਂਕ ਯੂ ਜਗਤਾਰ ਜੀ, ਤੁਹਾਡੇ ਵਿਚਾਰ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ। ਸਾਡੇ ਨਾਲ ਇੱਕ ਕਾਲਰ ਹੋਰ ਵੀ ਜੁੜ ਚੁੱਕੇ ਆ, ਜੈਰਾਜ ਜੀ, ਤੁਸੀਂ ਔਨ ਏਅਰ ਹੋ, ਪਲੀਜ਼ ਆਪਣੇ ਵਿਚਾਰ ਜਿਹੜੇ ਆ ਦਿਓ। ਬਹੁਤ ਸ਼ੁਕਰੀਆ ਤੁਹਾਡਾ ਮੇਰੀ ਕਾਲ ਲੈਣ ਦਾ। ਅਸੀਂ ਇੱਕ ਅੱਧੀ ਗੱਲ ਨਾਲ ਮੈਂ ਤੁਹਾਡੇ ਨਾਲ ਐਗਰੀ ਨਹੀਂ ਹੈ ਕਿ ਰੇਸ਼ਮ ਸਿਰਫ ਬਰਾਊਨ ਸਕਿਨ ਤੇ ਹੈ। ਕੈਨੇਡਾ ਦੀ ਹਿਸਟਰੀ ਐਸੀ ਹੈ ਕਿ ਕਿਹੜੀ ਰੇਸ਼ਮ ਨਾਲ ਭਰੀ ਪਈ ਹੈ। ਔਰ 60 ਦੇ ਵਿੱਚ ਤੁਹਾਨੂੰ ਪਤਾ
ਬ੍ਰਾਊਨ ਸਕਿਨ ਹੀ ਸੀ ਜਿਹਨੂੰ ਸੈਕੰਡ ਮੋਸਟ ਐਜੂਕੇਟਡ ਕਮਿਊਨਿਟੀ ਸਮਝਿਆ ਜਾਂਦਾ ਸੀ ਆਫਟਰ ਦ ਜਰਮਨ। ਔਰ ਜਿਹੜੇ ਇੰਗਲਿਸ਼ ਹੈ ਉਹ 550 ਸਾਲ ਪਹਿਲਾਂ ਇੱਥੇ ਆਏ। ਮੇਰੇ ਇੱਕ ਦੋਸਤ ਵੀ ਸੀ, ਉਹ ਪਹਿਲੇ ਬਲੈਕ ਸੀ ਕਿ ਕਿਹੜੇ MLA ਬਣੇ ਆ, ਲੈਨਨ ਬ੍ਰੈਥਵੇ, ਤੁਸੀਂ ਸ਼ਾਇਦ ਨਾਂ ਸੁਣਿਆ ਹੋਵੇ। ਔਰ ਉਹਨੂੰ ਇੰਨੀ ਡਿਸਕ੍ਰਿਮੀਨੇਸ਼ਨ ਹੋਈ ਇੱਥੇ ਅਸੈਂਬਲੀ ਦੇ ਵਿੱਚ, ਉਹ ਮੈਨੂੰ ਜੋ ਗੱਲਾਂ ਸੁਣਾਉਂਦਾ ਸੀ ਆ ਸੁਣ ਕੇ ਤੁਸੀਂ ਕੰਨ ਆਪਣੇ ਬੰਦ ਕਰ ਲਓ। ਉਸ ਦਾ ਕਜ਼ਨ ਸੀ ਡਾਇਰੈਕਟਰ ਬਣਿਆ ਪੀਲ ਐਜੂਕੇਸ਼ਨ ਬੋਰਡ ਦੇ ਵਿੱਚ, ਬ੍ਰੈਥਵੇ। ਔਰ ਉਸਨੇ ਇੱਕ ਕੈਨੇਡਾ ਦੀ ਹਿਸਟਰੀ ਦੇ ਉੱਤੇ ਕਿਤਾਬ ਲਿਖੀ ਸੀ। ਕਿਸ ਵਕਤ ਵਾਈਕਿੰਗ ਆਏ ਨੇ, ਡੱਚ ਆਏ ਨੇ ਪਹਿਲਾਂ, ਫਿਰ ਵਾਈਕਿੰਗ ਆਏ ਨੇ, ਵਾਈਕਿੰਗ ਦੇ ਬਾਅਦ ਫ੍ਰੈਂਚ ਆਏ, ਉਹਦੇ ਬਾਅਦ ਇੰਗਲਿਸ਼ ਆਏ। ਔਰ ਉਸਨੇ ਜੋ ਕਿਤਾਬ ਲਿਖੀ ਕਿ ਜੋ ਨੇਟਿਵ ਲੋਕਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਗਿਆ, ਕਿੰਨੇ ਵੀ ਵਾਈਟ ਕਮਿਊਨਿਟੀ ਇੱਥੇ ਆਈ ਆ, ਉਹਨਾਂ ਦੇ ਮਤਲਬ ਦੱਸਿਆ ਨਹੀਂ ਜਾ ਸਕਦਾ। ਔਰ ਉਸਨੂੰ ਆਪਣੀ ਜੌਬ ਲੂਜ਼ ਕਰਨੀ ਪਈ ਸੀ। ਡਿਊਰਿੰਗ ਦ ਸੈਕੰਡ ਵਰਲਡ ਵਾਰ ਕਿਸੇ ਜਾਪਾਨ ਨੇ ਪਰਲ ਹਾਰਬਰ ਤੇ ਅਟੈਕ ਕੀਤਾ, 10,000 ਕਿੰਨੇ ਬੰਦਾ ਮਾਰਿਆ ਗਿਆ, ਤੇ 15,000 ਦੇ ਲਗਭਗ ਜੈਪਨੀਜ਼ ਇਮੀਗ੍ਰੈਂਟ ਕੈਨੇਡਾ ਚੱਕ ਕੇ ਉਹਨਾਂ ਨੇ ਜੇਲ੍ਹ 'ਚ ਕੀਤਾ। ਔਰ ਇਸ ਕਰਕੇ ਅਸੀਂ ਨਹੀਂ ਇਹ ਕਹਿ ਸਕਦੇ ਕਿ ਸਿਰਫ ਬਰਾਊਨ ਸਕਿਨ ਦੇ ਨਾਲ ਹੀ ਡਿਸਕ੍ਰਿਮੀਨੇਸ਼ਨ ਹੈ, ਉਹਦੇ ਵਿੱਚ ਸਾਡਾ ਆਪਣਾ ਵੀ ਥੋੜਾ ਬਹੁਤਾ ਕਸੂਰ ਹੈ। ਰੇਸ਼ਮ ਰਹੇਗਾ, ਉਹ ਇੱਕ ਭਾਈ ਸਾਹਿਬ ਨੇ ਕਿਹਾ ਸੀ ਕਿ ਰੇਸ਼ਮ ਹੁੰਦਾ ਹੈ ਸਾਰੇ ਕੰਟਰੀਆਂ 'ਚ, ਔਰ ਰੇਸ਼ਮ ਰਹੇਗਾ। ਐਜ਼ ਲੌਂਗ ਵੀ ਸ਼ੁਡ ਬੀ ਥੈਂਕਫੁਲ ਕਿ ਟਾਈਮ ਟੂ ਟਾਈਮ ਤੋਂ ਥੋੜਾ ਜਿਹਾ ਰਿਫੋਰਮ ਹੁੰਦਾ ਰਹੇ ਉਹਦੇ ਵਿੱਚ। ਮੋਰ ਰਾਈਟ ਤੁਹਾਨੂੰ ਲੋਕ ਉਹਨਾਂ ਨੂੰ ਪਤਾ ਚੱਲ ਸਕੇ, ਦੂਸਰੇ ਨੌਨ ਇੰਡੀਅਨ ਨੂੰ, ਕਿ ਇਹਨਾਂ ਦਾ ਕਲਚਰ ਕੀ ਹੈ, ਇਹਨਾਂ ਦਾ ਰਿਲੀਜਨ ਕੀ ਆ, ਔਰ ਹੋਰ ਵੀ ਉਹਨਾਂ ਦਾ ਰਹਿਣਾ ਬਹਿਣਾ ਕਿਸ ਤਰ੍ਹਾਂ ਹੈਗਾ, ਔਰ ਉਹਦੇ ਨਾਲ ਮਿਲ ਜੁਲ ਕੇ ਮਿਕਸ ਮੈਰਿਜ ਹੋਣੀਆਂ ਸ਼ੁਰੂ ਹੋ ਗਈਆਂ। ਇਹ ਟਾਈਮ ਲੱਗੇਗਾ। ਆ ਭਾਈ ਸਾਹਿਬ ਨੇ ਇੱਕ ਨੇ ਵੀ ਕਿਹਾ ਸੀ ਇੰਡੀਆ 'ਚ ਸਭ ਤੋਂ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੈ, ਇਸ ਕਰਕੇ ਅਸੀਂ ਹੱਕ ਨਹੀਂ ਰੱਖਦੇ ਕਿ ਜ਼ਿਆਦਾ ਵਾਈਟ ਕਮਿਊਨਿਟੀ ਨੂੰ ਕ੍ਰਿਟੀਸਾਈਜ਼ ਕਰਨਾ ਕਿ ਇੱਥੇ ਰੇਸ਼ਮ ਹੈ। ਤੁਸੀਂ ਕਿਊਬੈਕ 'ਚ ਚਲੇ ਜਾਓ, ਤੁਸੀਂ ਹੈ ਨਾ ਇੱਥੋਂ ਜਾਂਦੇ ਹੋ ontario ਤੋਂ, ਤੁਸੀਂ ਇੰਗਲਿਸ਼ ਸਪੀਕਿੰਗ ਆ, ਉਹ ਤੁਹਾਨੂੰ ਜ਼ਿਆਦਾ ਡਿਸਕ੍ਰਿਮੀਨੇਟ ਕਰਦੇ ਆ। ਅਗਰ ਤੁਸੀਂ ਮੋਰਾਕੋ ਤੋਂ ਆਓ ਔਰ ਲੀਬੀਆ ਤੋਂ ਆਓ, ਹੇਤੀ ਤੋਂ ਆਓ, ਕਿਹੜੇ ਫ੍ਰੈਂਚ ਸਪੀਕਿੰਗ ਕੰਟਰੀ ਆ, ਦੇ ਲਵ ਦੈਮ, ਦੇ ਡੋਂਟ ਕੇਅਰ ਦੇ ਆਰ ਬਲੈਕ। ਤੇ ਮੈਂ ਇੰਨਾ ਹੀ ਕਹਿਣਾ ਸੀ, ਬਾਕੀ ਤੁਸੀਂ ਤੁਹਾਡਾ ਟਾਈਮ ਨਹੀਂ ਜ਼ਿਆਦਾ ਲੈਣਾ। ਥੈਂਕ ਯੂ ਜੈਰਤ ਜੀ। ਵੇਖੋ ਇਹ ਬਿਲਕੁਲ ਸਹੀ ਚੀਜ਼ ਆ। ਅਸੀਂ ਅੱਜ ਦਾ ਟੌਪਿਕ ਜਿਹੜਾ ਇਸ ਕਰਕੇ ਕਿਉਂਕਿ ਪ੍ਰੋਗਰਾਮ ਪੰਜਾਬੀ 'ਚ ਹੈ ਔਰ ਅਸੀਂ ਸਾਊਥ ਏਸ਼ੀਅਨ ਭਾਈਚਾਰੇ ਦੀ ਬਾਰੇ ਜਿਹੜੀ ਆ ਇਸ ਟੌਪਿਕ ਉੱਤੇ ਗੱਲ ਕਰ ਰਹੇ ਹਾਂ। ਸੋ ਮੈਂ ਬਿਲਕੁਲ ਐਗਰੀ ਕਰਦਾ ਹਾਂ ਕਿਉਂਕਿ ਰੇਸਿਜ਼ਮ ਜਿਹੜਾ ਆ, ਇਸੇ ਮੇਰੀ ਬਿਗਨਿੰਗ ਵਿੱਚ ਇਹੀ ਗੱਲ ਕੀਤੀ ਸੀ ਕਿ ਕੈਨੇਡਾ ਦੀ ਹੋਂਦ ਜਿਹੜੀ ਆ ਉਹ ਇਸ ਕਲੋਨਲਾਈਜੇਸ਼ਨ ਤੇ ਰੇਸਿਜ਼ਮ ਦੇ ਉੱਤੇ ਹੈਗੀ ਆ। ਉਹਦਾ ਵੱਡਾ ਐਗਜ਼ਾਮਪਲ ਹੈ ਕਿ ਹਜ਼ਾਰਾਂ ਇੰਡੀਜਨਸ ਲੋਕ ਜਿਹੜੇ ਆ ਉਹ ਮਿਸਿੰਗ ਨੇ, ਹਜ਼ਾਰਾਂ ਉੱਥੇ ਇੰਡੀਜਨਸ ਔਰਤਾਂ ਦੇ ਰੇਪ ਹੋ ਚੁੱਕੇ ਆ, ਮਰਡਰ ਹੋ ਚੁੱਕੇ ਆ, ਉਹਨਾਂ ਦੀ ਗਿਣਤੀ ਲਗਾਤਾਰ ਘਟੀ ਜਾ ਰਹੀ ਆ। ਮਗਰ ਅੱਜ ਤੱਕ ਉਸ ਚੀਜ਼ ਨੂੰ ਜੈਨੋਸਾਈਡ ਜਿਹੜਾ ਆ ਉਹਨੂੰ ਡਿਕਲੇਅਰ ਨਹੀਂ ਕੀਤਾ ਗਿਆ। ਔਰ ਇਹ ਲਾਈਵ ਐਗਜ਼ਾਮਪਲਸ ਨੇ। ਦੇਖੋ ਪਹਿਲੀ ਵਾਰ 2018 ਦੇ ਵਿੱਚ ਬਿੱਲ ਸੀ 25 ਜਿਹੜਾ ਇੰਟਰੋਡਿਊਸ ਕੀਤਾ ਇਸ ਸਾਲ ਜਨਵਰੀ 'ਚੋਂ ਲਾਗੂ ਹੋਇਆ ਆ। ਔਰ ਇਹ ਸਾਡੇ ਹੀ ਭਾਈਚਾਰੇ ਦੇ ਮਿਨਿਸਟਰ ਜਿਹੜੇ ਨਵਦੀਪ ਬੈਂਸ, ਉਹਨਾਂ ਨੇ ਇਹ ਟੇਬਲ ਕੀਤਾ ਸੀਗਾ। ਔਰ ਇਹ ਸਾਰੀਆਂ ਚੀਜ਼ਾਂ ਇਹ ਦੱਸਦੀਆਂ ਨੇ ਕਿ ਅੱਜ ਤੱਕ ਵੀ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ। ਅੱਜ ਦਾ ਜਿਹੜਾ ਸਾਡਾ ਮੁੱਦਾ ਆ ਉਹ ਸਿਰਫ ਇਹ ਆਪਾਂ ਵਿਚਾਰ ਵਟਾਂਦਰਾ ਕਰਨਾ ਆ ਕਿ ਕੀ ਸਾਡੇ ਨਾਲ ਇਹ ਚੀਜ਼ ਜਿਹੜੀ ਇੱਥੇ ਹੋ ਰਹੀ ਆ, ਉਹਦੇ ਸਾਡਾ ਕੀ ਕਸੂਰ ਆ ਔਰ ਕਿਵੇਂ ਅਸੀਂ ਇਸ ਚੀਜ਼ ਨੂੰ ਬਦਲ ਸਕਦੇ ਹਾਂ। ਦੇਵ ਜੀ, ਤੁਹਾਡੇ ਮੈਂ ਵਿਚਾਰ ਇਹ ਲੈਣਾ ਚਾਹੁੰਦਾ ਹਾਂ ਕਿ ਵੇਖੋ ਇੰਡੀਆ ਦੇ ਵਿੱਚ ਲੀਡਰ ਆਏ, ਸਾਡੇ ਪ੍ਰਾਈਮ ਮਿਨਿਸਟਰ ਰਹੇ ਆ ਇੰਦਰਾ ਗਾਂਧੀ, ਸ਼ੇਖ ਹਸੀਨਾ ਬੰਗਲਾਦੇਸ਼ ਨੇ, ਬੇਨਜ਼ੀਰ ਭੁੱਟੋ ਪਾਕਿਸਤਾਨ 'ਚ ਆਏ ਆ। ਮਗਰ ਵੇਖੋ ਨਾਰਥ ਅਮਰੀਕਾ ਦੀ ਇਹ ਹਿਸਟਰੀ ਆ ਕਿ ਅਮਰੀਕਾ ਦੇ ਵਿੱਚ ਤਾਂ ਕਦੀ ਕੋਈ ਵੂਮਨ ਪ੍ਰੈਜ਼ੀਡੈਂਟ ਆਈ ਹੀ ਨਹੀਂ। ਹਿਲਰੀ ਕਲਿੰਟਨ ਸ਼ਾਇਦ ਪਹਿਲੇ ਫੀਮੇਲ ਕੈਂਡੀਡੇਟ ਸੀਗੇ। ਔਰ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਸਾਡੀ ਹਿਸਟਰੀ ਦੇ ਵਿੱਚ 4 ਮਹੀਨੇ, ਸਿਰਫ 4 ਮਹੀਨੇ ਕਿਮ ਕੈਂਪਬਲ ਤੇ ਜਿਹੜੇ ਕੰਜ਼ਰਵੇਟਿਵ ਲੀਡਰ ਸੀਗੇ, 4 ਮਹੀਨੇ ਕੇਵਲ ਉਹ 93 ਦੇ ਵਿੱਚ ਪ੍ਰਾਈਮ ਮਿਨਿਸਟਰ ਬਣੇ ਆ। ਸੋ ਇਹ ਇੱਥੋਂ ਕੀ ਨਜ਼ਰ ਆਉਂਦਾ ਆ ਕਿ ਕੀ ਵਾਕਿਆ ਹੀ ਇੱਥੇ ਜਿਹੜਾ ਆ ਜੈਂਡਰ ਇਕੁਐਲਿਟੀ ਐਗਜ਼ਿਸਟ ਕਰਦੀ ਆ ਇਸ ਲੈਵਲ ਦੇ ਉੱਤੇ, ਚਾਹੇ ਉਹ ਕਾਰਪੋਰੇਟਸ ਨੇ। ਜਦੋਂ ਅਸੀਂ ਕਾਰਪੋਰੇਟਸ ਦੀ ਫਿਗਰਸ ਦੀ ਗੱਲ ਕਰਦੇ ਹਾਂ, ਤੁਸੀਂ ਵੇਖੋ ਕਿ ਜੇ ਸਿਰਫ ਵੈਨਕੂਵਰ, ਕੈਲਗਰੀ, ਮੌਂਟਰੀਅਲ, ਟੋਰਾਂਟੋ, ਇਹ ਸਿਰਫ 4 ਸ਼ਹਿਰਾਂ ਦਾ ਹੀ ਸਰਵੇ ਕੀਤਾ ਗਿਆ ਸੀਗਾ 178 ਕੰਪਨੀਆਂ ਦਾ ਰੀਸੈਂਟਲੀ। ਔਰ ਉਹਦੇ ਵਿੱਚ 1639 ਬੋਰਡ ਮੈਂਬਰਸ ਨੇ। ਔਰ ਉਹਦੇ 'ਚ ਕੇਵਲ 13 ਬਲੈਕ ਨੇ
ਔਰ 61 ਜਿਹੜੇ ਆ ਉਹ ਬਾਕੀ ਸਾਰੀ ਕਮਿਊਨਿਟੀਜ਼ ਦੇ ਨੇ, ਔਰ ਤਕਰੀਬਨ 91% ਜਿਹੜੇ ਆ ਉਹ ਵਾਈਟ ਬੋਰਡ ਮੈਂਬਰਸ ਨੇ ਜਿਹੜੇ ਇਹਨਾਂ ਵੱਡੀਆਂ ਕੰਪਨੀਆਂ ਨੂੰ ਕੰਟਰੋਲ ਕਰਦੇ ਆ। ਸੋ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਈਵਨ ਗਵਰਨਮੈਂਟ ਨੇ ਐਕਸੈਪਟ ਕੀਤਾ ਆ ਕਿ ਯੈਸ ਇੱਥੇ ਜਿਹੜਾ ਰੇਸਿਜ਼ਮ ਐਗਜ਼ਿਸਟ ਕਰਦਾ ਆ, ਔਰ ਸਾਨੂੰ ਜਿਹੜੀਆਂ ਦੂਜੇ ਲੋਕ ਨੇ, ਮਾਈਨੋਰਿਟੀਜ਼ ਨੇ, ਕਲਰ ਦੇ ਲੋਕ ਨੇ, ਉਹਨਾਂ ਨੂੰ ਮੌਕਾ ਨਹੀਂ ਅਸੀਂ ਦਿੱਤਾ, ਔਰ ਅੱਜ ਇਹਦੀ ਸੋਚ ਵਿਚਾਰ ਜਿਹੜੀ ਆ ਬਲੈਕ ਲਾਈਫ ਮੈਟਰ ਤੋਂ ਬਾਅਦ ਵੱਧ ਗਈ ਆ। ਸੋ ਹਾਊ ਡੂ ਯੂ ਸੀ ਦਿਸ ਵੈਦਰ ਇਸ ਔਰਤਾਂ ਨੂੰ ਇੱਥੇ ਉੱਪਰ ਜਾਣ ਦਾ ਜਿਹੜਾ ਆ ਉਹਦੇ ਵਿੱਚ ਐਗਜ਼ਾਮਪਲਸ ਦੇ ਨਾਲ ਕੋਈ ਅਜੇ ਤੱਕ ਹਿਸਟਰੀ ਨੇ ਕ੍ਰੀਏਟ ਨਹੀਂ ਕੀਤੀ, ਔਰ ਇਹ ਜਿਹੜੇ ਮੈਂ ਸਰਵੇ ਦੀ ਗੱਲ ਕੀਤੀ ਹੈ ਰੀਸੈਂਟਲੀ ਹੋਇਆ, ਤੁਸੀਂ ਵੀ ਇਸ ਚੀਜ਼ ਨੂੰ ਜਾਣਦੇ ਹੋ, ਤੇ ਤੁਹਾਡੇ ਇਹਦੇ 'ਚ ਕੀ ਵਿਚਾਰ ਹੈ? ਦੇਵ ਜੀ ਤੁਸੀਂ ਦੱਸੋ। ਓਕੇ ਦੇਵ ਜੀ, ਸ਼ਾਇਦ ਤੁਹਾਡੀ ਲਾਈਨ ਜਿਹੜੀ ਆ ਉਹ ਡਰੋਪ ਹੋ ਗਈ ਹੈ। ਸੋ ਮੈਂ ਇਹ ਚੀਜ਼ ਜਿਹੜੀ ਆ ਡਿਸਕਸ ਕਰਨੀ ਚਾਹੁੰਦਾ ਆ ਕਿ ਸਾਡੀ ਪੂਰੀ ਹਿਸਟਰੀ ਦੇ ਵਿੱਚ ਕੈਨੇਡਾ ਨੇ ਕੇਵਲ 4 ਮਹੀਨੇ ਲਈ ਇੱਕ ਫੀਮੇਲ ਪ੍ਰਾਈਮ ਮਿਨਿਸਟਰ ਜਿਹੜੇ ਆ ਉਹਨਾਂ ਨੂੰ ਮੌਕਾ ਦਿੱਤਾ। ਸੋ ਕੀ ਲੱਗਦਾ ਹੈ ਸਾਨੂੰ ਕਿ ਇਹ ਕੈਪੇਬਿਲਿਟੀ ਨਹੀਂ ਹੈਗੀ ਔਰ ਅਸੀਂ ਜਿੱਥੇ ਗੱਲ ਕਰਦੇ ਹਾਂ ਸਾਊਥ ਏਸ਼ੀਅਨ ਭਾਈਚਾਰੇ ਦੀ, ਉੱਥੇ ਤਾਂ ਸਾਡੇ ਬਹੁਤ ਸਾਰੀਆਂ ਲੀਡਰਸ ਰਹੀਆਂ ਨੇ ਜਿਹੜੀਆਂ ਲੇਡੀਜ਼ ਨੇ। ਸੋ ਕੀ ਇੱਥੇ ਕੀ ਲੱਗਦਾ ਹੈ ਕਿ ਕਿਵੇਂ ਇਹ ਜੈਂਡਰ ਇਕੁਐਲਿਟੀ ਹੈ, ਕਿਵੇਂ ਇਹ ਜਿਹੜੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਵੈਦਰ ਉਹ ਬੋਰਡ ਮੈਂਬਰਸ ਹੋਣ, ਚਾਹੇ ਉਹ ਲੇਡੀਜ਼ ਹੋਣ ਉੱਪਰ ਪੋਲੀਟਿਕਸ ਦੇ ਵਿੱਚ ਜਾਂ ਕਿਤੇ ਵੀ ਜਾਣਾ, ਹਾਊ ਡੂ ਯੂ ਸੀ ਦੈਟ? ਦੇਵ ਜੀ ਤੁਸੀਂ ਸ਼ਾਇਦ ਹੁਣ ਔਨ ਏਅਰ ਹੋ, ਤੁਹਾਡੇ ਇਹਦੇ 'ਤੇ ਕੀ ਵਿਚਾਰ ਨੇ? ਹਾਂਜੀ, ਮੇਰੀ ਥਿੰਕਿੰਗ ਥੋੜੀ ਡਿਫਰੈਂਟ ਹੈ। ਮੈਂ ਕਹਿੰਦਾ ਹੈ ਕਿ ਆਈ ਡੋਂਟ ਥਿੰਕ ਇਟਸ ਅ ਮੈਟਰ ਆਫ ਕਿ ਕੰਟਰੋਲ ਕਰੇ ਜਾਂਦਾ ਹੈਗਾ ਆਪਣੇ ਘੱਟ ਹੈਗੇ ਮੈਂਬਰ ਪਾਰਲੀਮੈਂਟ ਦੇ ਵਿੱਚ, ਫॉर ਐਗਜ਼ਾਮਪਲ ਔਰ ਕਾਰਪੋਰੇਟ ਦੇ ਵਿੱਚ ਹੈਡਸ ਆਰ ਲੈਸ ਫੀਮੇਲਸ ਔਰ ਕਲਰਡ ਬੰਦੇ ਜਿਹੜੇ ਹੈਗੇ, ਭਾਵੇਂ ਬਰਾਊਨ ਹੋਵੇ ਭਾਵੇਂ ਕਾਲੇ ਹੋਵੇ। ਆਈ ਥਿੰਕ ਇਟਸ ਮੋਰ ਟੂ ਡੂ ਵਿਦ ਕਿੰਨੇ ਬੰਦੇ ਮਿਹਨਤ ਕਰਕੇ ਉੱਪਰ ਚੜ੍ਹਦੇ ਹੈਗੇ। ਆਈ ਡੋਂਟ ਥਿੰਕ ਇਟਸ ਐਨ ਇਸ਼ੂ ਆਫ, ਆਪਾਂ ਕਈ ਵਾਰ ਨਾ ਵੀ ਹੈਵ ਟੂ ਬੀ ਵੈਰੀ ਕੇਅਰਫੁਲ। ਕਈ ਵਾਰ ਆਪਾਂ ਜ਼ਬਰਦਸਤੀ ਜਦੋਂ ਇਹ ਕੰਮ ਕਰਦੇ ਆ ਨਾ, ਫਿਰ ਤੁਹਾਡੇ ਕੋਲ ਨਾ ਅਨਕੁਆਲੀਫਾਈਡ ਬੰਦੇ ਇਹ ਜਗ੍ਹਾ ਤੇ ਪਹੁੰਚ ਜਾਂਦੇ ਆ, ਜਿਸ ਤਰ੍ਹਾਂ ਇੰਡੀਆ ਨੇ ਕੀਤਾ ਸੀਗਾ ਔਰ ਹੈਗਾ ਪੋਸਟ ਸਰਟਨ ਲੋਅਰ ਕਲਾਸ ਨੂੰ ਕਿ ਬਈ ਜ਼ਬਰਦਸਤੀ ਇੰਨੀ ਪਰਸੈਂਟੇਜ ਹੋਵੇ, ਉਹਦੇ then you end up getting wrong quality people in those positions. So we have to be a little bit careful. I don't think it's a matter of racism. Like I said before, like ਮੈਨੂੰ ਇੱਥੇ ਤਾਂ ਕਦੀ ਫੀਲ ਹੋਇਆ ਨਹੀਂ, ਉੱਪਰ ਵਧਣ ਲੱਗੇ ਕਦੀ ਫੀਲ ਨਹੀਂ ਹੋਇਆ ਰੇਸਿਜ਼ਮ ਮੈਨੂੰ as countries. I think if you're capable, maybe we have to work slightly harder, and that would be available. That will happen anywhere in the world. ਭਾਵੇਂ it doesn't matter ਤੁਸੀਂ ਇੰਡੀਆ ਚ ਆਏਂਗੇ ਕਿਤੇ ਆਏਂਗੇ, ਜੇ ਤੁਸੀਂ ਬਾਹਰਲੀ ਥੋੜ੍ਹਾ ਜਿਹਾ ਕਲਰ ਹੈਗਾ, ਤੁਸੀਂ ਤਾਂ ਬਾਹਰਲੇ ਬੰਦੇ ਆ ਥੋੜ੍ਹੇ ਜਿਹੇ, ਤਾਂ ਤੁਹਾਨੂੰ 5-10% ਜ਼ਿਆਦਾ ਕੰਮ ਕਰਨਾ ਪੈਂਦਾ ਹੈਗਾ to get ahead. And same for women as well. I think they have to work maybe slightly harder to get there. Because ਕਹਿੰਦੇ ਨਾ old boys club is there. So now she, for a moment get ahead, she sort of had to break through that part to convince them that I'm one of you. But I think ਉਹ depend ਕਰਦਾ ਹੈ ਬੰਦੇ ਦੇ ਆਪ ਦੇ ਐਟੀਟਿਊਡ ਦੇ ਉੱਤੇ। ਦੇਵ ਜੀ ਮੈਂ ਤੁਹਾਨੂੰ ਇੱਕ ਸਿਰਫ 2-3 ਫੈਕਟਸ ਜਿਹੜੇ ਆ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਆ। ਇਹ ਜਿਹੜੇ ਇਹਦੇ ਵਿੱਚ ਫੈਕਟ ਆਇਡੈਂਟੀਫਾਈ ਹੋਏ ਨੇ ਕਿ ਜਿੱਥੇ ਵੀ ਕੋਈ ਵੀ ਨਾਨ ਵਾਈਟ ਜੇ ਕਿਸੇ ਨੂੰ ਜੌਬ ਜਾਂ ਪ੍ਰਮੋਸ਼ਨ ਜਾਂ ਕੋਈ ਚੀਜ਼ ਮਿਲ ਰਹੀ ਆ, ਉਹਦੇ ਪਿੱਛੇ 3 ਕਾਰਨ ਮੇਨ ਜਿਹੜੇ ਆਇਡੈਂਟੀਫਾਈ ਕੀਤੇ ਗਏ ਆ। ਸਭ ਤੋਂ ਵੱਡੀ ਚੀਜ਼ ਆ ਜਿੱਥੇ ਸਾਡੀ ਲੈਂਗੁਏਜ ਜਿਹੜੀ ਆ ਉਹ ਚਾਹੀਦੀ ਹੋਏ, ਉੱਥੇ ਜ਼ਰੂਰ ਇੰਪਲੋਇਮੈਂਟ ਮਿਲਦੀ ਆ ਜਾਂ ਉੱਥੇ ਉਹ ਜ਼ਰੂਰ ਉਹਨਾਂ ਨੂੰ ਵਰਤਿਆ ਜਾਂਦਾ। ਦੂਸਰੀ ਚੀਜ਼, ਕਈ ਸਾਡੀਆਂ ਸਕਿੱਲ ਸੈਟਸ ਇਹੋ ਜਿਹੀਆਂ ਨੇ ਜਿਵੇਂ IT ਜਾਂ ਹੋਰ ਚੀਜ਼ਾਂ ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੇ ਵਿੱਚ, ਟੈਲੀਕਮਿਊਨੀਕੇਸ਼ਨ ਦੇ ਵਿੱਚ, ਜਿਹਦੇ ਵਿੱਚ ਅਸੀਂ ਬਹੁਤ ਸੁਪੀਰੀਅਰ ਹੈਗੇ ਆ, ਸਾਰਾ ਹੀ ਸਾਊਥ ਏਸ਼ੀਅਨ ਭਾਈਚਾਰਾ, ਉੱਥੇ ਉਹਨਾਂ ਨੂੰ ਮੌਕਾ ਦੇਣਾ ਪੈਂਦਾ ਆ, ਜਿਵੇਂ ਰੋਜਰ, ਟੈਲੈਕਸ। ਓਕੇ, ਤੀਸਰੀ ਜਿਹੜੀ ਚੀਜ਼ ਆਇਡੈਂਟੀਫਾਈ ਕੀਤੀ ਗਈ ਆ ਉਹ ਕੀਤੀ ਗਈ ਆ ਜਿੱਥੇ ਅਸੀਂ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਹਾਂ, ਚਾਹੇ ਉਹ ਪਾਰਟੀਆਂ ਨੂੰ ਡੋਨੇਸ਼ਨ ਦੇਣ ਦੇ ਵਿੱਚ ਹੋਏ, ਚਾਹੇ ਕਿਸੇ ਵੀ ਤਰ੍ਹਾਂ ਹੋਏ। ਸੋ ਇਹ 3 ਫੈਕਟਰ ਜਿਹੜੇ ਆਇਡੈਂਟੀਫਾਈ ਹੋ ਕੇ ਆਏ ਆ। ਔਰ ਚੌਥੀ ਜਿਹੜੀ ਮੇਨ ਚੀਜ਼ ਮੈਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਹੈਗੀ ਆ ਕਿ ਕਿਉਂਕਿ ਸਾਡੀ ਫਿਲਾਸਫੀ ਜਿਹੜੀ ਆ ਮਲਟੀਕਲਚਰਲਿਜ਼ਮ ਦੀ ਹੈਗੀ ਆ, ਬੇਸ਼ੱਕ ਓਪਰਚੁਨਿਟੀਜ਼ ਮਿਲਦੀਆਂ ਨੇ, ਮਗਰ ਦੇਰ ਇਜ਼ ਅ ਵਰਡ ਇੱਥੇ ਫਿਨੋਮੀਨਾ ਆ ਜਿਹੜਾ ਕਿ ਈਵਨ ਯੂਨੀਵਰਸਿਟੀ 'ਚ ਹੁਣ ਪੜ੍ਹਾਇਆ ਜਾ ਰਿਹਾ ਆ, ਦੈਟ ਇਜ਼ ਕਾਲਡ ਟੋਕਨਿਜ਼ਮ। ਮਤਲਬ ਇਹ ਆ ਕਿ ਪੋਸਟਰ ਸਹੀ ਕਰਨ ਵਾਸਤੇ ਵੀ ਸਿਲੈਕਸ਼ਨ ਕੀਤੀ ਜਾਂਦੀ ਹੈ ਕਈ ਵਾਰ, ਕਿ ਵੇਖਣ ਨੂੰ ਇਹ ਲੱਗੇ ਕਿ ਸਾਰੇ ਭਾਈਚਾਰੇ ਜਿਹੜੇ ਆ ਉਹ ਇੱਥੇ ਇਨਵੋਲਵ ਨੇ, ਸਾਰਿਆਂ ਨੂੰ ਅਸੀਂ ਲੈ ਰਹੇ ਹਾਂ, ਮਗਰ ਰਿਐਲਿਟੀ ਜਿਹੜੀ ਆ ਉਹ ਡਿਫਰੈਂਟ ਆ ਰਹੀ ਆ। ਔਰ ਉਹਦੇ ਵਿੱਚ ਤੁਸੀਂ ਹੁਣ ਵੇਖਿਆ ਹੋਏਗਾ ਸਾਡੀ ਪੀਲ ਪੁਲਿਸ ਹੈਜ਼ ਬੀਨ ਅ ਲਾਈਵ ਐਗਜ਼ਾਮਪਲ। ਠੀਕ ਹੈ, ਤੁਸੀਂ ਉਸ ਚੀਜ਼ ਵੀ ਬੜੇ ਕਲੋਜ਼ਲੀ ਇਨਵੋਲਵਡ ਹੋ।
ਕਿੰਨੇ ਸਾਲਾਂ ਦੀ ਜਦੋਜਹਿਦ ਦੇ ਬਾਅਦ ਹੁਣ ਆ ਕੇ ਥੋੜ੍ਹਾ ਜਿਹਾ ਢਾਂਚਾ ਜਿਹੜਾ ਆ ਉਹ ਪੁਲਿਸ ਦਾ ਜਿਹੜਾ ਸਾਡੀ ਰੋਜ਼ ਨੂੰ ਅਸੀਂ ਵੇਖਦੇ ਹਾਂ ਉਹਦਾ ਬਦਲਣਾ ਸ਼ੁਰੂ ਹੋਇਆ। ਚਾਹੇ ਉਹ ਚੀਫ ਹੋਏ, ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੇਪੇਬਲ ਆਫਿਸਰ ਨਹੀਂ ਹੈਗੇ, ਬਹੁਤ ਆਫਿਸਰ ਸੀਗੇ, ਮਗਰ ਜੋ ਉਹਨਾਂ ਦੀ ਇੰਟਰਨਲੀ ਕੰਡੀਸ਼ਨ ਰਹੀ ਆ ਔਰ ਜਿਵੇਂ ਉਹ ਟਾਰਗੇਟ ਰਹੇ ਨੇ, ਇਹ ਇੱਕ ਨੋਨ ਫੈਕਟ ਹੈਗਾ। ਸੋ ਹਾਊ ਡੂ ਯੂ ਸੇ ਦਿਸ? ਕਿਉਂਕਿ ਵੇਖੋ ਔਨ ਗਰਾਊਂਡ ਦੋ ਚੀਜ਼ਾਂ ਸਾਨੂੰ ਵੇਖਣ ਦੀ ਲੋੜ ਹੈਗੀ ਆ ਕਿ ਜਿਹੜੇ ਸਾਡੇ ਪਰਸਨਲ ਬਿਜ਼ਨਸ ਨੇ, ਪ੍ਰਾਈਵੇਟ ਬਿਜ਼ਨਸ ਨੇ, ਉਹਨਾਂ ਨੂੰ ਅਸੀਂ ਗਵਰਨਮੈਂਟ ਨੂੰ, ਕੰਟਰੀ ਨੂੰ ਪੈਸਾ ਜਨਰੇਟ ਕਰਕੇ ਦੇ ਰਹੇ ਹਾਂ। ਚਾਹੇ ਅਸੀਂ ਟਰੱਕਿੰਗ ਕੰਪਨੀ ਖੋਲੀਏ, ਚਾਹੇ ਅਸੀਂ ਮੌਰਗੇਜ ਬ੍ਰੋਕਰ ਬਣ ਜਾਈਏ, ਚਾਹੇ ਅਸੀਂ ਕਿਸੇ ਵੀ ਤਰ੍ਹਾਂ ਦੇ ਡਿਪਾਰਟਮੈਂਟ ਵਿੱਚ ਹੈਗੇ ਆ, ਉਹ ਇੱਕ ਚੀਜ਼ ਆ, ਉੱਥੇ ਅਸੀਂ ਪੈਸਾ, ਉਹ ਫੈਕਟਰ ਪਹਿਲਾਂ ਆ ਗਿਆ। ਦੂਸਰਾ, ਗਵਰਨਮੈਂਟ ਦੇ ਅਦਾਰੇ ਜਿਹੜੇ ਆ, ਚਾਹੇ ਹੁਣ ਤੁਸੀਂ ਸਿਟੀ ਦੇ ਵਿੱਚ ਕਿੰਨੇ ਇਨਵੋਲਡ ਹੋ, ਸਿਟੀ ਆਫ ਬਰੈਂਪਟਨ ਦੇਖੋ ਸਾਡੇ ਬਹੁਤ ਕੇਪੇਬਲ ਲੋਕ ਇੱਥੇ ਹੈਗੇ ਆ, ਸਾਡੇ ਆਪਣੇ ਯੂਨੀਵਰਸਿਟੀ ਗ੍ਰੈਜੂਏਟਸ ਨੇ, ਟਾਪਰਸ ਨੇ। ਓਕੇ, ਤੁਹਾਨੂੰ ਵਿਜ਼ੀਬਲੀ ਲੱਗਦਾ ਕਿ ਵੀ ਉੱਥੇ ਉਹਨਾਂ ਨੂੰ ਜੌਬ, ਉੱਥੇ ਜਿੱਥੇ ਕਿ ਡਿਸੀਜ਼ਨ ਮੇਕਿੰਗ ਹੈਗੀ ਆ, ਉਹ ਬਰੈਂਪਟਨ ਇੱਕ ਲਾਈਵ ਐਗਜ਼ਾਮਪਲ ਆ, ਜਿਹਦੇ ਵਿੱਚ ਬੇਸ਼ੱਕ ਸਾਡੇ ਭਾਈਚਾਰੇ ਦਾ ਬਹੁਤ ਵੱਡਾ ਕਸੂਰ ਆ ਕਿ ਅਸੀਂ ਆਪ ਹੀ ਯੂਨਾਈਟਿਡ ਨਹੀਂ ਹੈਗੇ। ਅਸੀਂ, ਸਾਡੀ ਆਪਣੀ ਇਨਫਾਈਟ ਇੰਨੀ ਜ਼ਿਆਦਾ ਆ, ਅਸੀਂ ਆਪ ਇੰਨੇ ਰੇਸਿਜ਼ਮ ਦੇ ਸ਼ਿਕਾਰ ਹੋਏ ਆ ਕਿ ਅਸੀਂ ਬਹੁਤ ਸਾਰੇ ਭਾਸ਼ਾ 'ਤੇ, ਸਟੇਟ ਵਾਈਜ਼, ਕਲਰ ਵਾਈਜ਼ ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਮਗਰ ਓਵਰਆਲ ਜੇ ਵੇਖਿਆ ਜਾਏ, ਬਰੈਂਪਟਨ ਦੇ ਵਿੱਚ ਹਾਈਐਸਟ ਪਾਪੂਲੇਸ਼ਨ ਜਿਹੜੀ ਆ ਸਾਊਥ ਏਸ਼ੀਅਨ ਭਾਈਚਾਰੇ ਦੀ ਹੈ, ਔਰ ਅਜੇ ਤੱਕ ਅਸੀਂ ਸਿਰਫ ਇੱਕ ਕਾਉਂਸਲਰ, ਦੂਸਰਾ ਰੀਜਨਲ ਕਾਉਂਸਲਰ ਕ੍ਰੀਏਟ ਕੀਤਾ, ਉਹਦੇ ਇਲਾਵਾ ਸਾਡੇ ਕੋਲ ਕੋਈ ਨੁਮਾਇੰਦੇ ਰਹੇ ਹੀ ਨਹੀਂ। ਸੋ ਤੁਸੀਂ, ਤੁਹਾਡੇ ਇਸ ਚੀਜ਼ ਬਾਰੇ ਕੀ ਵਿਚਾਰ ਨੇ? ਮੇਰੀ ਥਿੰਕਿੰਗ ਥੋੜੀ ਡਿਫਰੈਂਟ ਹੈ। ਤੁਸੀਂ ਐਕਚੁਅਲੀ ਜੇ 3 ਪੁਆਇੰਟ ਦੱਸੇ ਸੀ, ਸਟੱਡੀ ਕੀ ਕਹਿੰਦੀ ਹੈ ਕਿ ਟੈਕਨੋਲੋਜੀ ਦੇ ਵਿੱਚ ਵੱਧਦਾ ਹੈ, ਐਂਡ ਆਲ ਦੋਸ 3 ਪੁਆਇੰਟਸ ਯੂ ਮੇਡ, ਤੁਸੀਂ ਐਕਚੁਅਲੀ ਯੂ ਆਰ ਪ੍ਰੂਵਿੰਗ ਮਾਈ ਪੁਆਇੰਟ, ਵਾਟ ਆਈ ਐਮ ਸੇਇੰਗ ਮੇਕ ਸੈਂਸ। ਕਿਉਂਕਿ ਟੈਕਨੋਲੋਜੀ ਦੇ ਵਿੱਚ ਆਪਣੇ ਇੰਡੀਅਨ ਆਰ ਵੈਰੀ ਗੁੱਡ ਐਟ ਇਟ, that's why they are ahead of it, that's why they have gone ahead, not because Indian sige, they are there because we were good at it. ਦੂਜਾ ਤੁਸੀਂ 3 ਪੁਆਇੰਟ ਦੱਸੇ, ਉਹ ਦੋ ਕਿਹੜੇ? ਇੱਕ ਜਿਹੜੀ ਆ ਜਿੱਥੇ ਉਹਨਾਂ ਨੂੰ ਸਾਡੀ ਲੈਂਗੁਏਜ ਚਾਹੀਦੀ ਆ, ਦੂਸਰਾ ਜਿੱਥੇ ਸਾਨੂੰ ਸਕਿੱਲ ਚਾਹੀਦੀ ਆ, ਔਰ ਤੀਸਰਾ ਜਿੱਥੇ ਅਸੀਂ ਪੈਸੇ ਨਾਲ ਕੰਟਰੀਬਿਊਟ ਕਰ ਰਹੇ ਹਾਂ। ਠੀਕ ਹੈ, ਲੈਂਗੁਏਜ ਸੇਮ ਥਿੰਗ, ਕਿਉਂਕਿ ਜਿੱਥੇ ਹੁਣ ਲੈਂਗੁਏਜ ਚਾਹੀਦੀ ਹੈ ਉੱਥੇ ਤੁਹਾਨੂੰ now you have a special skill, now you can take it as a racism, ਔਰ ਯੂ ਕੈਨ ਸੇ ਵੈਲ ਉਹਨਾਂ ਨੂੰ ਇਸ ਲੈਂਗੁਏਜ ਦੇ ਬੰਦੇ ਨੂੰ ਲੋੜ ਹੈ, ਇਸ ਕਰਕੇ ਸਕਿੱਲ ਆ ਗਈ, ਇਸ ਕਰਕੇ ਇਹਦੇ ਕੋਲ ਬੰਦੇ ਕੋਲ ਇਹ ਸਕਿੱਲ ਹੈਗੀ। ਜੇ ਰੇਸਿਜ਼ਮ ਹੁੰਦਾ ਫਿਰ then they would say, you know what, let's train Gore or anybody else in this language and get them in there, but they're not doing that. When it comes to city of Brampton, we're discussing, I personally feel apni jehdi community hai, they are not involved in, see, any governmental job, as you know, to get there you have to be connected somewhat, and that's a fact. जो मर्जी कही जाए दुनिया च बंदा टेक्निकली पोलिटिकली जो मैं कह रहे हैं ठीक नहीं है, मैंने पता है, मगर कायदे सर किसी कॉपरेशन च अगे ਵਧਣਾ है, you have to be connected and you have to be dealing with people. प्रॉब्लम अपनी कम्युनिटी दी हैगी कि म्युनिसिपली अपनी कम्युनिटी बहुत घट इन्वॉल्व है, इट्स अ ह्यूज प्रॉब्लम एंड आई नो दैट फॉर अ फैक्ट, क्योंकि मैं जब कभी कोई सिटी हॉल च इवेंट वगैरह होने हैं, मैं ਤੇ ਬਸ ਕੁਝ ਗਿਣੇ ਚੁਣੇ ਬੰਦੇ ਆ ਜਿਹੜੇ ਆਪਣੇ ਗਰੁੱਪ ਦੇ ਜਿਹੜੇ ਉੱਥੇ ਜਾਂਦੇ ਹੈਗੇ, ਆਪਣੇ ਆਮ ਤਰ ਬੰਦੇ ਹੈ ਨਹੀਂ ਉੱਥੇ। ਤਾਂ ਤੁਸੀਂ ਹੁਣ ਰਿਲੇਸ਼ਨਸ਼ਿਪ ਬਿਲਡ ਨਹੀਂ ਕਰਦੇ, ਕਨੈਕਸ਼ਨ ਬਿਲਡ ਨਹੀਂ ਕਰਦੇ, ਤੁਸੀਂ ਅੰਦਰ ਜਾਂਦੇ ਨਹੀਂ ਹੈ। ਵੈਨ ਇਟ ਕਮਸ ਟੂ ਪੁਲਿਸ ਫॉर ਐਗਜ਼ਾਮਪਲ, ਹੁਣ ਡਿਮਾਂਡ ਵਧੀ ਹੈ ਟੂ ਮੀ ਇਸ ਵੇਲੇ, ਕਿਉਂਕਿ ਆਪਣੀ ਕਮਿਊਨਿਟੀ ਨੇ ਥੋੜਾ ਜਿਹਾ ਕ੍ਰਾਈਮ ਕਰਨਾ ਵੀ ਸ਼ੁਰੂ ਕੀਤਾ ਇਸ ਵੇਲੇ, ਉਹਦੇ ਕਰਕੇ ਇਹਨਾਂ ਨੂੰ ਕੋਈ ਚੋਇਸ ਨਹੀਂ ਸੀਗੀ, ਦੇ ਹੈਡ ਟੂ ਬ੍ਰਿੰਗ ਪੀਪਲ ਇਨ, and apne bande now they're interested in becoming policemen at the same time, so they're saying okay fine, come on in, because we can use, you have a certain skill is apni language, ki tusi apni language bol sakde ha, apne bandiyan to deal karde ha। Now they're looking for specifically for that brown person ki jada bol bhi lage punjabi, apni community nu samajhda hai, he understand the background, he can manage the crime better because he has a better understanding. So we can take it either way. Like I really stand for, I don't think there's an issue of racism as such. There is a minor racism everywhere that happens. मनु फिक्र ये हैगा, दो चीज़ें हो मैं ऐड करना चाहूँगा। एक तो हैगा मनु फिक्र है कि the more we highlight this issue, this issue we are making it bigger, and the bigger we make it, the worse it gets for us. And the reason I'm saying it gets worse for us, ਜੇ ਆਪਾਂ ਬਿਲੀਵ ਨਹੀਂ ਕਰਦੇ ਰੇਸਿਜ਼ਮ ਨਹੀਂ ਹੈਗਾ ਨਾ, ਤਾਂ ਰੇਸਿਜ਼ਮ ਨਹੀਂ ਹੈ। ਜੇ ਅਸੀਂ ਸਟਾਰਟ ਬਿਲੀਵਿੰਗ ਰੇਸਿਜ਼ਮ, ਫਿਰ ਤੁਸੀਂ ਨਾ ਬਲੇਮ ਕਰਨਾ ਹੁੰਦਾ, ਤੁਹਾਨੂੰ ਜੌਬ ਨਹੀਂ ਮਿਲੀ, ਉਹ ਯਾਰ ਮੈਂ ਤਾਂ ਬਰਾਊਨ ਸੀ, ਮੈਨੂੰ ਤਾਂ ਜੌਬ ਨਹੀਂ ਮਿਲੀ। ਆਪਣੀ ਸਾਡੀ ਕੈਪੇਬਿਲਿਟੀ ਜਿਹੜੀ ਸੀਗੀ ਉਹਨੂੰ ਨਹੀਂ ਆਪਾਂ ਪੇ ਅਟੈਂਸ਼ਨ ਕਰਨਾ, ਸਾਡੀ ਜਿਹੜੇ ਖਰਾਬੀਆਂ ਸੀਗੀਆਂ ਆਪਾਂ ਉੱਥੇ ਨਹੀਂ ਪੇ ਅਟੈਂਸ਼ਨ ਕਰਨਾ ਕਿ ਕਿੱਦਾਂ ਇੰਪਰੂਵ ਹੋਣਾ ਹੈਗਾ। then suddenly we start blaming on that part,
and you will see that with some races who highlight that issue and they face that. ਦੂਜੀ ਮੈਂ ਗੱਲ ਕਰਨਾ ਚਾਹਾਂਗਾ ਕਿ ਇਹ ਜਿਹੜਾ ਰੇਸਿਜ਼ਮ ਹੈਗਾ ਮੁੱਦਾ ਇਹ ਇਸ ਵੇਲੇ ਕਿਆ ਲਾਈਫ ਟਾਈਮ ਆਲਵੇਜ਼ politicians create this and we fall in their trap. Is divide and conquer. They want us to talk about this, in my opinion. They want to highlight these issues. ਕਿ ਜਿੱਥੋਂ ਸਪੋਰਟ ਆ ਰਹੀ ਹੈ ਉਹਨਾਂ ਨੇ ਉੱਥੇ ਸਪੋਰਟ ਲੈਣੀ ਹੈਗੀ to get more funding for their for their elections and so on and so forth. So they want to break us up and use us against each other. So they can show ਕਿ ਹਾਂ ਬਈ ਮੈਨੂੰ ਫਾਇਦਾ ਹੈਗਾ। ਦੇਵ ਜੀ ਮੈਂ ਇੱਥੇ ਸਾਨੂੰ ਕਮਰਸ਼ੀਅਲ ਇੱਕ ਜਿਹੜੀ ਆ ਉਹ ਬ੍ਰੇਕ ਲੈਣੀ ਪੈਣੀ ਆ ਤੇ ਅਸੀਂ ਇਹਦੇ ਬਾਅਦ ਜਿਹੜਾ ਆ ਦੁਬਾਰਾ ਜੁਆਇਨ ਕਰਦੇ ਆ। ਉਹਦੇ ਬਾਅਦ ਜਿਹੜੀ ਗੱਲ ਅਸੀਂ ਕਰਨੀ ਆ ਉਹ ਇਹ ਕਰਨੀ ਆ ਕਿ ਬਲੈਕ ਲਾਈਫ ਮੈਟਰ ਜਿਹੜਾ ਇਹ ਚੱਲਿਆ ਨਾਰਥ ਅਮਰੀਕਾ ਵਿੱਚ ਪੂਰੇ, ਉਹਦੇ ਬਾਅਦ ਕੀ ਜਿਹੜੀਆਂ ਉਹਦੇ ਕੋਈ ਜਿਹੜੇ ਨੈਗੇਟਿਵ ਅਸਰ ਜਿਹੜੇ ਆ ਉਹ ਬਲੈਕ ਲੋਕਾਂ ਤੇ ਹੋਏ ਆ ਜਾਂ ਉਹਨਾਂ ਨੂੰ ਉਸ ਚੀਜ਼ ਨੇ ਫੋਰਸ ਕੀਤਾ ਆ ਸਾਰਿਆਂ ਨੂੰ ਕਿ ਉਹਦੀਆਂ ਦੀ ਪਾਲਿਸੀਜ਼ ਚੇਂਜ ਕਰਨ ਵਾਸਤੇ। ਸੋ ਲੈਟਸ ਟਾਕ ਇਹ ਬ੍ਰੇਕ ਲੈਂਦੇ ਆ ਥੋੜ੍ਹੀ, ਉਹਦੇ ਬਾਅਦ ਅਸੀਂ ਵਾਪਸ ਇਸੇ ਮੁੱਦੇ ਤੇ ਆਵਾਂਗੇ ਤੁਹਾਡੇ ਨਾਲ। ਦੇਵ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। Armor ਚੇਤੇ ਰੱਖੋ, Armor Insurance is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। Armor Insurance Brokers 9054525127 905 452 51। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ। ਸਬਰ ਸੰਤੋਖ ਦੇ ਨਾਲ ਖਾ ਗਏ, ਇੱਕ ਮਾਰ ਦੇ ਫਿਰਨ ਪਕਾਈ ਰੋਟੀ, ਇੱਕ ਸਬਰ ਤੇ ਸ਼ੁਕਰ ਦੇ ਨਾਲ ਖਾ ਗਏ, ਇੱਕ ਮਾਰ ਦੇ ਫਿਰਨ ਪਕਾਈ ਰੋਟੀ। ਉਸ ਭੁੱਖੇ ਨੂੰ ਪੁੱਛ ਕੇ ਵੇਖ ਮਾਨਾ ਭਾਈ ਵੇਖ ਮਾਨਾ, ਜਿਹਨੂੰ ਲੱਭੇ ਨਾ ਮਸਾਂ ਖਿਆਈ ਰੋਟੀ, ਜਿਹਨੂੰ ਲੱਭੇ ਨਾ ਮਸਾਂ ਖਿਆਈ ਰੋਟੀ। ਸਾਰੇ ਕੰਮ ਉਸ ਬੰਦੇ ਨੂੰ ਨੇਕ ਮੰਨਦੇ ਓਏ ਨੇਕ ਮੰਨਦੇ, ਜਿਹਨੇ ਹੱਕ ਹਲਾਲ ਦੀ ਖਾਈ ਰੋਟੀ, ਜਿਹਨੇ ਹੱਕ ਹਲਾਲ ਦੀ ਖਾਈ ਰੋਟੀ। ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆ। ਬੰਦਾ ਕਰੇ ਨਖਰੇ, ਰੋਟੀ ਖਾਣ ਲੱਗਾ ਬੰਦਾ ਕਰੇ ਨਖਰੇ, ਬੇਸ਼ੁਕਰੇ ਨੂੰ ਰਾਸ ਨਾ ਆਏ ਰੋਟੀ, ਬੇਸ਼ੁਕਰੇ ਨੂੰ ਰਾਸ ਨਾ ਆਏ ਰੋਟੀ, ਪਾਈ ਪੁਰਕੀ ਵੀ ਮੂੰਹ ਚੋਂ। ਰੇਡੀਓ ਜ਼ਿੰਦਾਬਾਦ ਨਾਲ ਜੁੜੇ ਸਾਰੇ ਹੀ ਸੁਣਨ ਵਾਲਿਆਂ ਨੂੰ ਜੀ ਆਇਆਂ।
ਅਸੀਂ ਵਾਪਸ ਆਪਣੇ ਮੁੱਦੇ ਉੱਤੇ ਗੱਲ ਕਰਦੇ ਹਾਂ। ਦੇਵ ਕਪਿਲ ਜੀ ਸਾਡੇ ਨਾਲ ਜੁੜੇ ਹੋਏ ਆ, ਇੱਕ ਸਾਡੇ ਨਾਲ ਕਾਲਰ ਹੋਰ ਵੀ ਜੁੜ ਚੁੱਕੇ ਨੇ। ਤੁਸੀਂ ਔਨ ਦਾ ਏਅਰ ਹੋ ਜੀ, ਤੁਸੀਂ ਆਪਣੇ ਮੁੱਦੇ ਦੇ ਉੱਤੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਦਿਓ। ਗੁੱਡ ਆਫਟਰਨੂਨ ਜੀ। ਗੁੱਡ ਆਫਟਰਨੂਨ ਜੀ। ਰੇਸਿਜ਼ਮ ਦੀ ਗੱਲ ਹੋ ਰਹੀ ਸੀ। ਅਸੀਂ ਤੇ ਆਪ ਵੱਡੇ ਰੇਸਿਸਟ ਹੈਗੇ ਆ। ਆਪਣੇ ਕਿਸੇ ਦੇਸੀ ਬਿਜ਼ਨਸ ਤੇ ਚਲੇ ਜਾਓ, ਦੇਖੋ ਜਾ ਕੇ ਉੱਥੇ ਕਿੰਨੇ ਗੋਰੇ ਕਾਲੇ ਭਰਤੀ ਕੀਤੇ ਨੇ, ਸਾਰੇ ਆਪਣੇ ਹੀ ਬੰਦੇ ਹੁੰਦੇ ਨੇ ਨਾ। ਇਹ ਰੇਸਿਜ਼ਮ ਨਹੀਂ। ਤੇ ਜਿਸ ਲਈ ਅਸੀਂ ਆਪਣੇ ਨੁਮਾਇੰਦੇ ਚੁਣਨੇ, ਉਸ ਲਈ ਅਸੀਂ ਕਹਿੰਦੇ ਹਾਂ ਕਿ ਜੀ ਉਹਨੂੰ ਦਸਤਾਰਧਾਰੀ ਹੈ ਉਹਨੂੰ ਵੋਟ ਪਾਓ, ਇਹ ਆਪਣਾ ਬੰਦਾ ਸਾਊਥ ਏਸ਼ੀਅਨ ਹੈ ਉਹਨੂੰ ਵੋਟ ਪਾਓ, ਗੋਰੇ ਨੂੰ ਵੋਟ ਨਾ ਪਾਓ, ਆਪਣੇ ਬੰਦਿਆਂ ਨੂੰ ਚੁਣੋ। ਤੇ ਇਹ ਰੇਸਿਜ਼ਮ ਨਹੀਂ। ਥੈਂਕ ਯੂ। ਸੋਚਣ ਦੀ ਗੱਲ ਹੈ ਜ਼ਰਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਵੇਖੋ, ਇਸ ਮੁੱਦੇ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੀ ਇਸ ਕਰਕੇ ਆ ਕਿ ਅਸੀਂ ਸਾਰੇ, ਜਿਹੜਾ ਵੀ ਕੋਈ ਸੁਣ ਰਿਹਾ ਆ, ਉਹ ਇਸ ਚੀਜ਼ ਨੂੰ ਮਹਿਸੂਸ ਕਰੇ ਕਿ ਵੈਦਰ ਉਹ ਰੇਸਿਜ਼ਮ ਜਿਹੜਾ ਆ, ਅਸੀਂ ਕਿੰਨੇ ਰਿਸਪੌਂਸੀਬਲ ਹੈਗੇ ਆ ਰੇਸਿਜ਼ਮ ਵਾਸਤੇ, ਅਸੀਂ ਕਿੰਨੇ ਰਿਸਪੌਂਸੀਬਲ ਹੈਗੇ ਆ ਜਾਤ ਪਾਤ ਦੇ ਉੱਤੇ ਵੰਡੇ ਹੋਏ ਆ। ਅਸੀਂ ਜਦੋਂ ਵੋਟ ਦਿੰਦੇ ਆ ਜਾਂ ਅਸੀਂ ਨੋਮੀਨੇਸ਼ਨ ਕਰਾਉਂਦੇ ਆ, ਕੀ ਅਸੀਂ ਕ੍ਰੈਡੀਬਿਲਿਟੀ ਉੱਤੇ, ਕੁਆਲਿਟੀ ਉੱਤੇ ਜ਼ੋਰ ਦਿੰਦੇ ਆ, ਜਾਂ ਅਸੀਂ ਰੰਗ ਰੂਪ ਤੇ ਸਾਡੇ ਜਿਹੜੀ ਵੇਸ਼ਭੂਸ਼ਾ ਆ ਉਹਦੇ ਉੱਤੇ ਅਸੀਂ ਜ਼ੋਰ ਦਿੰਦੇ ਆ। ਸੋ ਇਹਦਾ ਮੁੱਦਾ ਜਿਹੜਾ ਆ, ਇਹਦੀ ਡਿਸਕਸ਼ਨ ਜਿਹੜੀ ਹੈ ਇਸੇ ਕਰਕੇ ਇਹ ਬਹੁਤ ਜ਼ਰੂਰੀ ਹੈ। ਔਰ ਤੁਹਾਡੇ ਵਿਚਾਰ ਜਿਹੜੇ ਨੇ ਉਹ ਸਾਨੂੰ ਸਾਰੇ ਹੀ ਸੋਚਣ ਨੂੰ ਮਜਬੂਰ ਕਰਦੇ ਨੇ, ਚਾਹੇ ਉਹ ਸਾਡੇ ਨਾਲ ਹੋ ਰਿਹਾ ਹੋਏ ਚਾਹੇ ਅਸੀਂ ਕਰ ਰਹੇ ਹੋਈਏ। ਦੋਨੋਂ ਤਰ੍ਹਾਂ ਦੀਆਂ ਜਿਹੜੀ ਰੇਸਿਜ਼ਮ ਹੈ ਇਹ ਮਾੜੀ ਹੈ, ਔਰ ਸਾਡੇ ਸਾਰੇ ਭਾਈਚਾਰੇ ਲਈ ਇਹ ਗਰੋਥ ਲਈ ਮਾੜੀ ਹੈ। ਸੋ ਇਸੇ ਕਰਕੇ ਤੁਹਾਡੀਆਂ ਕਾਲ ਜਿਹੜੀਆਂ ਨੇ ਉਹ ਸਿਰ ਮੱਥੇ ਤੇ ਨੇ, ਔਰ ਇਸ ਮੁੱਦੇ ਨੂੰ ਅੱਗੇ ਵਧਾਉਂਦੇ ਹਾਂ। ਕਪਿਲ ਜੀ, ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਕੁਝ ਫੈਕਟਸ ਫਿਗਰਸ ਨੇ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਾਰਡਿੰਗ ਜਿਹੜੀ ਸੀਗੀ ਜਦੋਂ ਵੀ ਕੀਤੀ ਜਾਂਦੀ ਹੈ ਉਹਦੇ ਵਿੱਚ 3 ਮੇਜਰ ਫੈਕਟਰ ਆਉਂਦੇ ਸੀਗੇ ਹਮੇਸ਼ਾ। ਇੱਕ ਤਾਂ ਉਹ ਯੂਥ ਹੋਣਾ ਚਾਹੀਦਾ, ਯੰਗ ਬੱਚਾ, ਉਮਰ ਦੇ ਵਿੱਚ ਛੋਟਾ। ਦੂਸਰਾ, ਬਹੁਤ ਵਾਰੀ ਉਹ ਜਿਹੜਾ ਆ ਇਟਸ ਅ ਪਰਸਨ ਆਫ ਕਲਰ, ਚਾਹੇ ਉਹ ਕਾਲਾ ਆ ਚਾਹੇ ਉਹ ਬਰਾਊਨ ਆ। ਅਤੇ ਤੀਸਰਾ, ਉਹਦੇ ਕੋਲ ਕਾਰ ਚੰਗੀ ਹੋਏਗੀ। ਇਹ ਅਕਸਰ ਸੀਨ ਜਿਹੜਾ ਆ ਇਹ ਵੇਖਣ ਨੂੰ ਮਿਲਦਾ, ਔਰ ਇਹ ਪੁਲਿਸ ਨੇ ਐਕਸੈਪਟ ਵੀ ਕੀਤਾ ਆ। ਦੂਸਰੇ ਪਾਸੇ ਜਦੋਂ ਕੋਈ ਵੀ ਚੀਜ਼ ਹੁੰਦੀ ਆ, ਜਿਵੇਂ ਟੌਰਬਰਮ ਔਰ ਕੰਟਰੀ ਸਾਈਡ 'ਤੇ ਐਕਸੀਡੈਂਟ ਹੋਇਆ, ਇੱਕ ਟੀਚਰ, 3 ਬੱਚੇ ਜਿਹੜੇ ਆ ਉਹ ਮਰ ਗਏ, ਪਹਿਲਾ ਰਿਐਕਸ਼ਨ ਇਹ ਸੀ ਕਿ ਇਹ ਜੀ ਪੱਕਾ ਕੋਈ ਬਰਾਊਨ ਹੋਏਗਾ ਜਿਹਨੇ ਮਾਰੇ। ਲੇਟਰ ਔਨ ਇਹ ਰਿਲਾਈਜ਼ ਕੀਤਾ ਗਿਆ, ਵੇਖਿਆ ਗਿਆ ਕਿ ਜਿਹੜਾ ਐਕਸੀਡੈਂਟ ਕਰਨ ਵਾਲਾ ਆ ਉਹ ਵੀ ਇੱਕ ਵਾਈਟ ਆ, ਔਰ ਉਹਦੇ ਬਾਅਦ ਇਹ ਖਬਰ ਜਿਹੜੀ ਆ ਬਿਲਕੁਲ ਠੰਡੀ ਪੈ ਗਈ। ਦੂਸਰੇ ਪਾਸੇ ਜੇ ਸੇਮ ਚੀਜ਼ ਜਿਹੜੀ ਆ ਉਹ ਆਪਣੇ ਭਾਈਚਾਰੇ ਦੇ ਨਾਲ ਹੁੰਦੀ ਆ, ਔਰ ਉਹ ਕਿਤੇ ਨਾ ਕਿਤੇ ਮੀਡੀਆ, ਕਿਤੇ ਨਾ ਕਿਤੇ ਸਾਰੇ ਹੀ ਨਿਊਜ਼ ਵਿੱਚ ਹਰ ਇੱਕ ਲੈਵਲ ਦੇ ਉੱਤੇ ਉਹ ਜਿਹੜੀ ਬਹੁਤ ਹਾਈਲਾਈਟ ਹੁੰਦੀ ਹੈ। ਸੋ ਤੁਸੀਂ ਇਹਦੇ ਬਾਰੇ ਵਾਟ ਡੂ ਯੂ ਸੇ ਕਿ ਵੀ ਇਹ ਕਿਉਂ ਇਹ ਚੀਜ਼ ਜਿਹੜੀ ਆ, ਇਹ 2 ਡਿਫਰੈਂਟ ਐਂਗਲ ਨੇ ਜਿਹੜੇ ਵੇਖਣ ਵਾਲੇ ਆ। ਸੋ ਇਹ ਕਿਸ ਪਾਸੇ ਨੂੰ ਚੀਜ਼ਾਂ ਜਿਹੜੀਆਂ ਸਾਨੂੰ ਇੰਡੀਕੇਟ ਕਰਦੀਆਂ ਨੇ। ਹਾਂਜੀ ਦੇਵ ਜੀ। ਉਹਦਾ ਰੀਜ਼ਨ ਹੁੰਦਾ, ਨਾਰਮਲੀ ਪੁਲਿਸ ਜਿਹੜੀ ਇਹ ਕਰਦੀ ਹੈ ਨਾ ਇੱਦਾਂ, ਇਹ ਐਕਸਪੀਰੀਅੰਸ ਨਾਲ ਚੇਂਜ ਹੁੰਦਾ ਪੁਲਿਸ ਦਾ। ਜਿੱਥੇ ਤੁਹਾਡੀ ਹੁਣ ਇੰਡੀਅਨ ਕਮਿਊਨਿਟੀ ਬਹੁਤ ਹੈਗੀ, ਉੱਥੇ ਔਡਸ ਆ ਕ੍ਰਾਈਮ ਜਿਹੜੇ ਹੋਣੇ ਆ ਇੰਡੀਅਨਸ ਦੇ ਥਰੂ ਹੋਣੇ ਆ। ਜਿੱਥੇ ਕਾਲੀ ਕਮਿਊਨਿਟੀ ਉੱਥੇ ਕਾਲੇ ਦੇ ਥਰੂ ਹੋਣੇ ਹੈਗੇ, ਜਿੱਥੇ ਨਹੀਂ ਆ ਉੱਥੇ ਹੈ ਨਹੀਂ। ਸੋ ਆਈ ਡੋਂਟ ਨੋ, ਸਮਟਾਈਮਸ ਵੀ ਹੈਵ ਟੂ ਬੀ ਕੇਅਰਫੁਲ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਜੇ ਅੱਜ ਕੱਲ੍ਹ ਜਿਸ ਤਰ੍ਹਾਂ ਸਟੂਡੈਂਟਸ ਹੈਗੇ ਕਰਦੇ ਪਏ ਆ, ਹੁਣ ਕੀ ਉਹਦਾ ਮੈਜੋਰਟੀ ਅਸੀਂ ਕਰਦੇ, ਅਸੀਂ ਸਟੂਡੈਂਟਸ ਦੇ ਉੱਪਰ ਬਲੇਮ ਕਰਦੇ ਹਾਂ। ਕੋਈ ਯੰਗ ਬੰਦਾ ਹੋਏਗਾ, ਅਸੀਂ ਕਹਿੰਦੇ ਸਟੂਡੈਂਟਸ ਕਰ ਰਹੇ ਹਾਂ ਜੀ, ਇਹ ਭਾਵੇਂ ਉਹ ਬੰਦਾ ਸਟੂਡੈਂਟ ਹੈਗਾ ਨਹੀਂ ਹੈਗਾ। ਸੋ ਵੀ ਡੂ ਦੈਟ ਅਰਸੈਲਵਸ। ਤਾਂ ਪੁਲਿਸ ਨੇ So I don't know necessarily it is racism as such, or the based on the experience ਦੇ ਹਿਸਾਬ ਨਾਲ, ਪੁਲਿਸ ਦੀ ਐਕਸਪੀਰੀਅੰਸ ਦੇ ਹਿਸਾਬ ਨਾਲ, ਉਹ then they start following a trend ਕਿ ਹਾਂ ਵੀ ਜੇ ਕਾਫੀ ਕਾਲੇ ਕ੍ਰਾਈਮ ਕਰਦੇ ਪਏ ਆ ਤਾਂ ਹਾਂ ਵੀ ਕਾਲਾ ਹੀ ਹੋਣਾ ਹੈਗਾ, ਜੇ ਕਾਲਾ ਉੱਥੇ ਜਾ ਰਿਹਾ ਉਹਨੇ ਕੀਤਾ ਹੋਣਾ ਹੈਗਾ। ਇਸ ਕਰਕੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਕਾਲੇ ਆ, ਜਾਂ ਇਨ ਮਾਈ ਵਿਊ ਇਸ ਕਰਕੇ ਨਹੀਂ ਹੈ ਕਿ ਉਹ ਰੇਸਿਜ਼ਮ ਹੈਗਾ, ਉਹ ਉਸ ਕਮਿਊਨਿਟੀ ਨੇ ਕ੍ਰੀਏਟ ਕੀਤੀ ਹੈ ਆਪਣੀ ਇਮੇਜ। ਤਾਂ ਮੈਂ ਇਹ ਦਰਖਾਸਤ ਇਹ ਕਰ ਰਿਹਾ ਸਾਰਿਆਂ ਨੂੰ ਕਿ ਆਪਾਂ ਨੂੰ ਇਸ ਇਮੇਜ ਦਾ ਬੜਾ ਧਿਆਨ ਰੱਖਣਾ ਪੈਣਾ। ਆਪਾਂ Indians really have not felt racism, and we have to be careful with a lot of things happening, ਖਾਸ ਕਰ ਆਪਣੇ Ontario ਦੇ ਵਿੱਚ we have to be a little bit careful, ਕਿਉਂਕਿ ਆਪਾਂ ਬੰਦੇ ਇਲੈਕਟ ਕਰਦੇ ਹੈਗੇ which are not necessarily qualified, ਕਿਉਂਕਿ ਆਪਣਾ ਬੰਦਾ ਹੈ ਜੀ ਵੋਟਾਂ ਪਾਓ, ਆਪਣੇ ਬੰਦੇ ਲੱਗ ਜਾਂਦੇ ਆ। so that is also racism, like ਪਿਛਲੇ ਕਾਲਰ ਨੇ ਕਿਹਾ ਸੀ। ਹਾਂਜੀ ਦੇਵ ਜੀ, ਸਾਡੇ ਨਾਲ ਭੁਪਿੰਦਰ ਜੀ ਲਾਈਨ ਤੇ ਜੁੜ ਚੁੱਕੇ ਆ, ਅਸੀਂ ਉਹਨਾਂ ਦੇ ਵਿਚਾਰ ਵੀ ਲੈ ਲਈਏ। ਭੁਪਿੰਦਰ ਜੀ, ਤੁਸੀਂ ਔਨ ਦਾ ਏਅਰ ਹੋ ਜੀ। ਬਹੁਤ ਧੰਨਵਾਦ ਜੀ। ਵੇਖੋ ਜੀ, ਮੇਰਾ ਤੇ ਮੰਨਣਾ ਵੀ ਰੇਸਿਜ਼ਮ ਕਿਸੇ ਨਾ ਕਿਸੇ ਰੰਗ ਰੂਪ ਦੇ ਵਿੱਚ ਮਨੁੱਖ ਦੇ ਨਾਲ ਰਿਹਾ, ਸ਼ੁਰੂ ਤੋਂ ਰਹਿਣਾ ਵੀ ਆ, ਪਰ ਜ਼ਾਹਰਾ ਤੌਰ ਤੇ ਨਹੀਂ ਹੋਣਾ ਚਾਹੀਦਾ। ਹਰ ਗੱਲ ਨੂੰ ਰੇਸਿਜ਼ਮ ਨਾਲ ਜੋੜਨਾ ਵੀ ਜਾਇਜ਼ ਨਹੀਂ ਹੈਗਾ।
ਮਤਲਬ ਇਹ ਇੱਕ ਬਹੁਤ ਇੱਕ ਇਹਦੇ ਵਿਚਕਾਰ ਇੱਕ ਬਰੀਕ ਇੱਕ ਰੇਖਾ ਆ ਜਿਹਨੂੰ ਅਸੀਂ ਹਰ ਚੀਜ਼ ਨਾਲ ਆਮ ਬੰਦੇ ਜੋੜ ਦਿੰਦੇ ਨੇ। ਜਿਵੇਂ ਤੁਸੀਂ ਦੱਸਿਆ ਹੁਣ, ਜਿਵੇਂ ਉਹ ਮਾਰਨ ਵਾਲਾ ਵੀ ਗੋਰਾ ਸੀ, 3 ਬੰਦਿਆਂ ਦਾ ਉਹਨੇ ਹਾਦਸਾ ਕੀਤਾ ਹੈ ਜੀ। ਪਰ ਜੇ ਦੇਖੋ ਸਟੂਡੈਂਟ ਹੁੰਦਾ, ਆਪਣੇ ਦੇਸੀ ਬੰਦਿਆਂ ਨੇ ਇੰਨਾ ਮਸਾਲਾ ਚੁੱਕਣਾ ਸੀ, 6 ਮਹੀਨੇ ਇਹਨਾਂ ਕੋਲ ਮੁੱਕਣਾ ਨਹੀਂ ਸੀ। ਹਾਲਾਂਕਿ ਉਹ ਆਪਣੇ ਹੈਗੇ ਨੇ। ਮਤਲਬ ਇਹਨੂੰ ਆਪਾਂ ਰੇਸਿਜ਼ਮ ਨਹੀਂ ਕਹਿ ਸਕਦੇ, ਇਹ ਆਪੋ ਆਪਣੀ ਤਰ੍ਹਾਂ ਦੀ ਮਤਲਬ ਸੋਚ ਆ, ਆਪੋ ਆਪਣਾ ਇਹ ਰੋਟੀ ਕਮਾਉਣ ਦਾ ਤਰੀਕਾ, ਤੋਰੀ ਫੁਲਕਾ ਚਲਾਉਣ ਦਾ। ਹਰ ਦੇਸੀ ਰੇਡੀਓ ਤੇ 6 ਮਹੀਨੇ ਉਹ ਗੱਲ ਵੱਜੀ ਜਾਣੀ ਸੀ, ਦੇਖੋ ਜੀ ਸਟੂਡੈਂਟ ਆ ਗਏ, ਇਹਨੇ 3 ਬੰਦੇ ਇੱਥੇ ਚੱਕ ਦਿੱਤੇ ਆਉਂਦੇ ਨੇ। ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ ਬਿੰਦਰ ਜੀ, ਤੁਹਾਡੇ ਵਿਚਾਰ ਆ ਗਏ। ਸਾਡੇ ਨਾਲ ਕਾਲਰ ਜੁੜ ਚੁੱਕੇ ਆ ਜੀ। ਤੁਹਾਡਾ ਲਾਸਟ 0552 ਤੁਹਾਡਾ ਨੰਬਰ ਹੈ, ਤੁਸੀਂ ਔਨ ਦਾ ਏਅਰ ਹੋ ਜੀ। ਤੁਸੀਂ ਆਪਣੇ ਕੀ ਵਿਚਾਰ ਦੇਣਾ ਚਾਹੁੰਦੇ ਹੋ? ਹਾਂਜੀ, ਤੁਸੀਂ ਆਪਣਾ ਪਿੱਛੋਂ ਸਪੀਕਰ ਜਿਹੜਾ ਉਹਨੂੰ ਘਟਾ ਲਓ ਤਾਂ ਕਿ ਤੁਹਾਡੀ ਆਵਾਜ਼ ਕਲੀਅਰ ਆ ਸਕੇ। 0552 ਤੁਸੀਂ ਔਨ ਦਾ ਏਅਰ ਹੋ ਜੀ। ਹਾਂਜੀ, ਹੋ ਗਏ ਠੀਕ ਹੈ। ਹੈਲੋ, ਹਾਂਜੀ, ਮੈਂ ਇਹ ਕਹਿਣਾ ਚਾਹਾਂਗਾ ਜੀ ਜੀ ਇਹ ਨਾ ਐਕਚੁਅਲ ਦੇ ਵਿੱਚ ਕੀ ਹੈ ਜੀ, ਇਹ ਨਾ ਜਦੋਂ ਆਪਾਂ ਕਹਿੰਦੇ ਆ ਵੀ ਆਪਾਂ ਦੇਖੋ, ਪਹਿਲੀ ਗੱਲ ਤਾਂ ਜੇ ਰੇਡੀਓ ਚੈਨਲ ਜਿਹੜੇ ਆਪਣੇ ਸੁਣਦੇ ਆ ਅਸੀਂ ਲੋਕ, ਇਹ ਸਾਡੇ ਐਥਨਿਕ ਕਮਿਊਨਿਟੀ ਦੇ ਨੇ। ਤਾਂ ਨੈਚੁਰਲੀ ਜਦੋਂ ਕੋਈ ਐਥਨਿਕ ਕਮਿਊਨਿਟੀ ਦਾ ਬੰਦਾ ਕੋਈ ਇੱਦਾਂ ਦੀ ਗੱਲ ਕਰੂਗਾ ਤਾਂ ਉਹਦੀ ਗੱਲ ਹੋਣੀ ਹੈ ਜੀ। ਠੀਕ ਹੈ ਨਾ ਜੀ। ਹੁਣ ਮੇਨ ਉਹ ਗੋਰਿਆਂ ਦੇ, ਕੋਈ ਗੋਰਾ ਉਹਨੂੰ ਦਿਖਾਉਂਦੇ ਜਾ ਕੇ CP24 ਦੇਖੋ, 680 ਦੇਖੋ, ਉੱਥੇ ਜੇ ਕੋਈ ਕ੍ਰਾਈਮ ਹੁੰਦਾ ਤਾਂ ਉਹਨਾਂ ਦੀ ਗੱਲ ਕਰੀ ਜਾਂਦੇ ਬਾਰ-ਬਾਰ। ਠੀਕ ਹੈ, ਅੱਜ ਉੱਥੇ ਫਾਇਰਿੰਗ ਹੋਈ ਹੈ ਜਾਂ ਸ਼ੂਟਿੰਗ ਹੋਈ ਹੈ। ਇਸ ਕਰਕੇ ਜਿਹੜੇ ਰੇਡੀਓ ਚੈਨਲ ਆ ਉਹਦੀ ਗੱਲ ਹੀ ਹੋਣੀ, ਹੋਰ ਕਿਸੇ ਦੀ ਹੋਣੀ ਨਹੀਂ। ਉਹ ਜੋ ਬੰਦਾ ਸਾਡੀ ਕਮਿਊਨਿਟੀ ਦਾ ਨਹੀਂ ਸੀ ਤਾਂ ਉਹ ਗੱਲ ਬੰਦ ਹੋ ਗਈ। ਠੀਕ ਹੈ ਨਾ ਜੀ, ਪਤਾ ਲੱਗ ਗਿਆ ਵੀ ਕੌਣ ਸੀ। ਚਲੋ ਸਾਨੂੰ ਸਭ ਨੂੰ ਫਿਕਰ ਹੁੰਦਾ ਸਾਡਾ ਬੰਦਾ ਨਾ ਹੋਵੇ, ਜੇ ਸਾਡਾ ਬੰਦਾ ਹੋਵੇ ਤਾਂ ਸਾਨੂੰ ਵੀ ਫਿਕਰ ਹੁੰਦਾ ਸਾਡੇ ਬੰਦੇ ਦੀ ਬਦਨਾਮੀ ਹੋ ਰਹੀ ਹੈ। ਠੀਕ ਹੈ। ਦੂਜੀ ਰਹੀ ਗੱਲ ਪਰਸੈਪਸ਼ਨ ਦੀ ਜੀ, ਗੱਲ ਇਹ ਹੈ ਜੀ, ਜਦੋਂ ਪਹਿਲੀ ਗੱਲ ਤਾਂ ਕ੍ਰਾਈਮ ਕਰਨਾ ਆਪਣੇ ਬੰਦੇ ਨਹੀਂ ਹੈ ਜੀ, ਪਰ ਜਦੋਂ ਕੋਈ ਬੰਦਾ ਕ੍ਰਾਈਮ 'ਚ ਇਨਵੋਲਵ ਹੁੰਦਾ, ਬਰੈਂਪਟਨ 'ਚ ਖਾਸ ਕਰਕੇ, ਉਹ ਮੈਜੋਰਟੀ ਸਾਡੇ ਕਮਿਊਨਿਟੀ ਨਾਲ ਰਿਲੇਟਡ ਬੰਦਾ ਹੋ ਜਾਂਦਾ ਜੀ। ਤੇ ਤਾਂ ਵੀ ਸਾਡੇ ਮਨ ਦੇ ਵਿੱਚ ਗੱਲ ਬਣ ਜਾਂਦੀ ਹੈ, ਯਾਰ ਉਹ ਬੰਦਾ ਵੀ ਸਾਡੇ ਬੰਦੇ ਆ ਕੰਮ ਕਰ ਰਹੇ, ਜਾਂ ਸਟੂਡੈਂਟ ਹੈ ਜਾਂ ਕੋਈ ਲੋਕਲ ਕਮਿਊਨਿਟੀ ਦਾ ਬੰਦਾ ਹੈ, ਕਿਉਂਕਿ ਸਾਡਾ ਮਾਈਂਡ ਪਹਿਲਾਂ ਹੀ ਉੱਥੇ ਜਾਂਦਾ ਵੀ ਸਾਡਾ ਬੰਦਾ ਨਾ ਹੋਵੇ, ਕਿਉਂਕਿ ਅਸੀਂ ਆਪਣੀ ਕਮਿਊਨਿਟੀ ਦੀ ਫਿਕਰਮੰਦ ਹੈ ਜੀ। ਮੇਰੀ ਗੱਲ ਸਮਝੇ। ਹੁਣ ਜਦੋਂ ਕੋਈ ਮੰਨ ਲਓ ਬਲੈਕ ਕਮਿਊਨਿਟੀ ਜਾਂ ਵਾਈਟ ਕਮਿਊਨਿਟੀ ਦਾ ਕੋਈ ਬੰਦਾ ਗਲਤ ਕੰਮ ਕਰਦਾ, ਧਿਆਨ ਵੀ ਨਹੀਂ ਦਿੰਦੇ ਜੀ, ਸਾਨੂੰ ਲੋੜ ਹੀ ਨਹੀਂ ਪੈਂਦੀ। ਸਾਨੂੰ ਅਸੀਂ ਕਦੀ ਕੋਈ ਬੰਦਾ ਦੇਖਦਾ ਕਿਹਨੇ ਕਰਿਆ ਜੀ, ਇੱਕ ਵਾਰ ਦੇਖਿਆ ਸੁਣਿਆ ਕਾਫੀ ਖਤਮ ਹੋ ਗਿਆ। ਇਸੇ ਤਰ੍ਹਾਂ ਜਦੋਂ ਕੋਈ ਜਦੋਂ ਕੋਈ ਆਪਣਾ ਸ਼ੂਟਿੰਗ ਹੁੰਦੀ ਹੈ, ਉਹ ਸਾਡੇ ਮਾਈਂਡ 'ਚ ਪਹਿਲੇ ਹੁੰਦਾ ਬੰਦਾ ਕਿਤੇ ਬਲੈਕ ਨਾ ਹੋਵੇ, ਉਹ ਕੁਦਰਤੀ ਹੁੰਦਾ ਹੋਈ ਹੈ ਜੀ। ਉਹ ਫਿਰ ਤੁਹਾਡੀ ਜਿਹੜੀ ਪਰਸੈਪਸ਼ਨ ਹੁੰਦੀ ਹੈ ਉਹ 'ਚ ਹੋਰ ਲੱਗ ਜਾਂਦੀ ਹੈ ਜੀ। ਮੇਰੇ ਕਹਿਣ ਦਾ ਮਤਲਬ ਆਪਾਂ ਆਪਣੇ ਬੰਦੇ ਦਾ ਫਿਕਰ ਕਰ ਰਹੇ ਹਾਂ ਕਿ ਸਾਡੇ ਬੰਦੇ ਨੇ ਜੀ, ਬਗਾਨੀ ਦਾ ਕੋਈ ਫਿਕਰ ਨਹੀਂ ਕਰਦਾ ਜੀ। ਤੁਸੀਂ ਦੱਸੋ, ਮੈਂ ਤੁਹਾਡੀ ਆਵਾਜ਼ ਦੀ ਗੱਲ ਸੁਣ ਲੈਂਦਾ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਮਿਹਰਬਾਨੀ। ਅਸੀਂ ਬਿਲਕੁਲ ਇਸੇ ਤੌਰ ਦੀ ਗੱਲ ਕਰ ਰਹੇ ਹਾਂ ਕਿ ਵੈਦਰ ਇਹ ਜਿਹੜੀ ਚੀਜ਼ ਆ, ਜੋ ਸਾਡੀ ਕਮਿਊਨਿਟੀ ਜਿਹੜੀ ਆ ਉਹ ਇਸ ਵੇਲੇ ਇਸ ਚੀਜ਼ ਦੇ ਸ਼ਿਕਾਰ ਆ, ਕਿੰਨਾ ਸ਼ਿਕਾਰ ਆ, ਔਰ ਅਸੀਂ ਵੀ ਐਜ਼ ਕਮਿਊਨਿਟੀ ਸਾਡੀ ਕੀ ਆਪਦੀ ਜਿਹੜੀ ਆ ਗਲਤੀਆਂ ਨੇ, ਕੀ ਸਾਡੀ ਰਿਸਪੌਂਸਿਬਿਲਿਟੀ ਆ, ਜਿਹਦੇ ਨਾਲ ਅਸੀਂ ਇਸ ਮੇਨ ਸਟਰੀਮ ਦੇ ਵਿੱਚ ਜਿਹੜੇ ਆ ਕਾਮਯਾਬ ਹੋਈਏ, ਇਸ ਮੇਨ ਸਟਰੀਮ ਦੇ ਵਿੱਚ ਆ ਸਕੀਏ। ਔਰ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਜੋ ਸਾਡੇ ਬਾਰੇ ਇੱਕ ਪਰਸੈਪਸ਼ਨ, ਜਿਵੇਂ ਤੁਸੀਂ ਵਰਡ ਯੂਜ਼ ਕੀਤਾ, ਜੋ ਸਾਡੇ ਬਾਰੇ ਇੱਕ ਪਿਕਚਰ ਬਣ ਰਹੀ ਹੈ ਕਿ ਚਾਹੇ ਉਹ ਕੋਈ ਵੀ ਗਲਤ ਚੀਜ਼ ਹੋ ਰਹੀ ਆ, ਉਹਦੇ 'ਚ ਸ਼ਾਇਦ ਜੇ ਬਰੈਂਪਟਨ ਆ ਤੇ ਉਹਦੇ 'ਚ ਉਹ ਸਾਊਥ ਏਸ਼ੀਅਨ ਭਾਈਚਾਰੇ ਦਾ ਹੀ ਕੋਈ ਇਨਸਾਨ ਹੋਏਗਾ। ਸੋ ਅਸੀਂ ਇਹਦਾ ਜਿਹੜਾ ਫਿਊਚਰ ਹੈ ਉਹ ਕੀ ਦੇਖਦੇ ਹਾਂ, ਸਾਨੂੰ ਕੀ ਆਪਣੇ ਨੋਮੀਨੇਸ਼ਨ ਪ੍ਰੋਸੀਜਰ ਜਿਹੜੇ ਆ ਉਹਦੇ ਵਿੱਚ ਧਿਆਨ ਦੇਣਾ ਪਏਗਾ, ਉਹਨੂੰ ਚੇਂਜ ਕਰਨ ਦੀ ਲੋੜ ਆ, ਜਾਂ ਸਾਨੂੰ ਕੁਆਲਿਟੀ ਵੱਲ ਧਿਆਨ ਦੇਣ ਦੀ ਲੋੜ ਆ, ਤਾਂ ਕਿ ਅਸੀਂ ਜਿਹੜੇ ਕੁਆਲੀਫਾਈਡ ਲੋਕ ਆ, ਚਾਹੇ ਉਹ ਏਸ਼ੀਅਨ ਸਟੋਰਸ ਹੋਣ, ਉੱਥੇ ਕੁਆਲੀਫਾਈਡ ਜੇ ਕੋਈ ਲੋਕ ਹੈਗੇ ਉੱਥੇ ਵੀ ਗੋਰਿਆਂ ਨੂੰ ਜੌਬ ਦਿੱਤੀ ਜਾਏ, ਤੇ ਜੇ ਰਿਵਰਸ ਹੈਗਾ ਉੱਥੇ ਵੀ ਅਸੀਂ ਆਪਣੇ ਆਪ ਨੂੰ ਇੱਕ ਐਸੀ ਇਮੇਜ ਪ੍ਰੈਜ਼ੈਂਟ ਕਰੀਏ ਕੈਨੇਡਾ ਦੇ ਵਿੱਚ ਜਿਹੜੀ ਨੀਟ ਐਂਡ ਕਲੀਨ ਹੈਗੀ ਆ, ਜਿਹਦੇ ਵਿੱਚ ਸਾਡੇ ਨਾਲ ਕੋਈ ਨੈਗੇਟਿਵ ਚੀਜ਼ਾਂ ਜਿਹੜੀਆਂ ਨਾ ਜੋੜ ਸਕਣ। ਔਰ ਸਾਨੂੰ ਵੀ ਐਜ਼ ਕਮਿਊਨਿਟੀ ਸਾਡਾ ਆਪਣਾ ਵਿਚਾਰਧਾਰਾ ਜਿਹੜੀ ਆ ਉਹਨੂੰ ਚੇਂਜ ਕਰਨ ਦੀ ਲੋੜ ਆ। ਦੇਵ ਜੀ, ਮੈਂ ਤੁਹਾਡੇ ਤੋਂ ਇੱਕ ਫਾਈਨਲ ਰਿਮਾਰਕਸ ਲੈਣਾ ਚਾਹੁੰਦਾ ਹਾਂ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੀ ਕਮਿਊਨਿਟੀ ਲਈ ਕਿ ਅਸੀਂ ਕਿਵੇਂ ਰੇਸਿਜ਼ਮ ਦਾ ਜਿਹੜਾ ਆ ਸ਼ਿਕਾਰ ਨਾ ਹੋਈਏ, ਔਰ ਅਸੀਂ ਜਦੋਂ ਕੋਈ ਆਪ ਵੀ ਨੋਮੀਨੇਸ਼ਨ ਆ ਜਾਂ ਕੁਛ ਵੀ ਅਸੀਂ ਚੀਜ਼ਾਂ ਕਰਦੇ ਹਾਂ, ਸੋ ਉਹਦੇ ਵਿੱਚ ਅਸੀਂ ਕੈਨੇਡਾ ਨੂੰ ਪਹਿਲ ਦਈਏ, ਨਾ ਕਿ ਆਪਣੇ ਰੰਗ ਰੂਪ ਵੇਸ਼ਭੂਸ਼ਾ ਨੂੰ। ਮੈਨੂੰ ਇੱਦਾਂ ਕਹੂੰਗਾ ਕਿ ਅਮਰੀਕਾ 'ਚ ਜ਼ਿਆਦਾ ਰੇਸਿਜ਼ਮ ਹੈਗਾ ਇਨ ਮਾਈ ਵਿਊ ਕੰਪੇਅਰ ਟੂ ਐਨੀ ਅਦਰ ਕੰਟਰੀ ਇਸ ਵੇਲੇ ਕੈਨੇਡਾ ਵਗੈਰਾ ਤੋਂ। ਮਗਰ ਇਫ ਯੂ ਲੁੱਕ ਐਟ ਅਮਰੀਕਾ ਅਪ ਟੂ ਨਾਓ, ਜਿੱਥੇ ਕੋਈ ਗੋਰਾ ਆਪਣੇ ਇੰਡੀਅਨ ਨੂੰ ਦੇਖਦਾ ਹੈਗਾ, ਆਮ ਤੌਰ ਆਹੀ ਕਹਿੰਦਾ ਹੈਗਾ ਕਿ ਇਹ ਡਾਕਟਰ ਹੈ, ਕਿ ਲਾਇਰ ਹੈ, ਕਿ ਇੰਜੀਨੀਅਰ ਹੈ, ਕੀ ਹੈ ਇਹ। ਦੈਟਸ ਦ ਇਮੇਜ ਦੇ ਹੈਵ ਆਫ ਆਰ ਕਮਿਊਨਿਟੀ। ਤੇ ਹਮੇਸ਼ਾ ਆਪਣੀ ਕਮਿਊਨਿਟੀ ਨੂੰ ਇੱਜ਼ਤ ਮਿਲੀ ਹੈ ਸਾਰੇ ਪਾਸੇ। ਇਹ ਪਹਿਲੀ ਵਾਰ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਜੋ ਹੋ ਰਿਹਾ ਇਸ ਵੇਲੇ ਆਪਣਾ ਰੀਸੈਂਟ ਇਮੀਗ੍ਰੇਸ਼ਨ ਪ੍ਰੋਸੈਸ ਦੇ ਥਰੂ।
ਕਿਉਂਕਿ ਗਲਤ ਟਾਈਪ ਦੇ ਮੇਰੇ ਹਿਸਾਬ ਨਾਲ ਕਈ ਬੰਦੇ ਜਿਹੜੇ ਆ ਰਹੇ ਹੈ ਉਹਨਾਂ ਨੂੰ ਰੀਜਨ ਆਉਣ ਦਾ ਗਲਤ ਆ ਉਹਨਾਂ ਦਾ ਤੇ ਉਹਦੇ ਕਰਕੇ ਉਹ ਉੱਥੇ ਪੋਲੀਟੀਕਲ ਆਈ ਥਿੰਕ ਜਿਹੜਾ ਸਿਸਟਮ ਸਾਡਾ ਹੈਗਾ ਇਹ ਉਹਦੀ ਗਲਤੀ ਹੈ ਜਿਹੜੀ ਫੈਡਰਲ ਪਾਲਿਸੀਜ਼ ਹੈ ਗੌਰਮੈਂਟ ਦੀਆਂ ਇਨ ਮਾਈ ਵਿਊ ਦੋਜ਼ ਆਰ ਰੋਂਗ ਦੇ ਨੀਡ ਟੂ ਬੀ ਮੋਰ ਬੈਲੈਂਸਡ ਮਗਰ ਉਹ ਪੋਲੀਟੀਸ਼ੀਅਨ ਨੂੰ ਫਾਇਦਾ ਪੈਂਦਾ ਹੈ ਵੋਟਾਂ ਮਿਲਦੀਆਂ ਉਹਨਾਂ ਨੂੰ ਬੈਨੀਫਿਟ ਪੈਂਦਾ ਹੈ ਹਰ ਪਾਸੇ ਤੋਂ ਤੇ ਇਸ ਕਰਕੇ ਹੋ ਰਿਹਾ ਮੇਰੀ ਬੇਨਤੀ ਆਪਣੀ ਕਮੇਟੀ ਨਾਲ ਆਹੀ ਹੈਗੀ ਕਿ ਪਲੀਜ਼ ਕੋਸ਼ਿਸ਼ ਕਰੋ ਕਿ ਜਿਹੜੇ ਅਸੀਂ ਚਾਹੁੰਦੇ ਹਾਂ ਸਾਡੇ ਬੰਦੇ ਇੱਥੇ ਆਵੇਂ ਮਗਰ ਕੋਸ਼ਿਸ਼ ਕਰੋ ਉਹੋ ਜਿਹੇ ਬੰਦੇ ਬੁਲਾਓ ਇੱਥੇ ਜਿਹੜੇ ਕੁਆਲੀਫਾਈਡ ਡੀਸੈਂਟ ਬੰਦੇ ਹੋਵੇਂ ਜਿਹੜੇ ਕੋਸ਼ਿਸ਼ ਕਰੋਗੇ ਆਪਣੀ ਕਮਿਊਨਿਟੀ ਦਾ ਨਾਮ ਅੱਗੇ ਕਰਨ ਵਾਸਤੇ ਬਜਾਏ ਕਿ ਪਿੱਛੇ ਕਰੇ ਇਨ ਮਾਈ ਵਿਊ ਆਈ ਥਿੰਕ ਇਸ ਵੇਲੇ ਜਿਹੜੀ ਕਮਿਊਨਿਟੀ ਨਾਲ ਹੋ ਰਿਹਾ ਹੈਗਾ ਆਪਣੀ ਕਮਿਊਨਿਟੀ ਦੀ ਨਾਮ ਪਿੱਛੇ ਜਾ ਰਿਹਾ ਹੈ ਵਿਚ ਇਜ਼ ਵੈਰੀ ਐਂਬੈਰਸਿੰਗ ਇਹ ਮੈਂ ਕਦੀ ਅੱਜ ਤੱਕ ਦੇਖਿਆ ਨਹੀਂ ਹੈ ਵਰਲਡ ਵਾਈਡ ਜੀ ਪਹਿਲੀ ਵਾਰ ਦੇਖਣ ਲੱਗਿਆ ਪਿਛਲੇ 2-3 ਸਾਲ ਦੇ ਵਿੱਚ ਤੇ ਇਹ ਵਧੀ ਜਾ ਰਿਹਾ ਹੈਗਾ ਕੰਮ ਤੇ ਇਹਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈਗਾ ਦੂਜੀ ਗੱਲ ਹੈਗੀ ਆਪਣਾ ਮੀਡੀਆ ਵਗੈਰਾ ਕਿ ਪੋਲੀਟੀਸ਼ੀਅਨਸ ਨੇ ਤਾਂ ਇਹਦੀ ਐਡਵਾਂਟੇਜ ਲੈਣੀ ਹੈਗੀ I know right now, for example, there are some politicians, they are trying to bring a divide between Hindus and Muslims. And that is very, very wrong. But they're doing it very effectively. ਕਿਉਂਕਿ ਉਹਨਾਂ ਨੇ ਉਹ ਦੋਨਾਂ ਨੂੰ ਪਾੜ ਕੇ ਵੋਟਾਂ ਲੈਣੀਆਂ ਉੱਥੋਂ ਦੋਨੋਂ ਬੰਦ ਉਹਨੂੰ ਕਹਿਣਾ ਯਾ ਮੈਂ ਤੇਰੇ ਨਾਲ ਹੈ ਦੂਜਾ ਕਹਿੰਦਾ ਮੈਂ ਤੇਰੇ ਨਾਲ ਹੈਗੇ and I'm talking about some major politicians. So I won't take the names, but it's very sad to see that. And I'm watching it happen in front of my own eyes. ਮਗਰ ਇਹ ਹੈਗਾ ਜੋ ਹੈਗਾ ਹੁਣ ਕੀ ਕਰੀਏ ਅਸੀਂ ਉਹਨਾਂ ਨੂੰ ਸਪੋਰਟ ਕਰੂੰਗੇ ਜਿਹੜਾ ਵੀ ਪੋਲੀਟੀਸ਼ੀਅਨ ਜ਼ਿਆਦਾ ਰੌਲਾ ਮਚਾਉਂਦਾ ਹੈਗਾ ਕਿ ਮੈਂ ਰੇਸਿਸਟ ਨਹੀਂ ਹੈ ਮੈਂ ਇਹ ਨਹੀਂ ਹੈ ਉਹ ਨਹੀਂ ਹੈ ਮੈਂ ਇਹਨੂੰ ਡਿਸਨਾਊਂਸ ਕਰਦਾ ਯੂ ਹੈਵ ਟੂ ਥਿੰਕ ਅਬਾਊਟ ਦੈਟ ਕਿ ਉਹਦਾ ਰੀਜ਼ਨ ਕੀ ਹੈਗਾ ਉਹ ਜੈਨੂਇਨਲੀ ਕਰ ਰਿਹਾ ਹੈ ਕਿ ਇੱਕ ਰੇਸ ਦੀ ਜ਼ਿਆਦਾ ਫੇਵਰ ਕਰ ਰਿਹਾ ਵਰਸਸ ਦੂਜੀ ਰੇਸ and we have to be careful of that ਬਿਲਕੁਲ ਦੇਵ ਜੀ ਤੁਸੀਂ ਸਹੀ ਚੀਜ਼ ਕੀਤੀ ਆ ਸਾਡਾ ਜਿਹੜਾ ਵਾਪਸ ਜਿਹੜਾ ਉੱਥੇ ਹੀ ਕੁਐਸਚਨ ਮਾਰਕ ਜਿਹੜਾ ਫਿਊਚਰ ਦਾ ਆ ਕਿ ਕੀ ਕਦੋਂ ਅਸੀਂ ਬਰੈਂਪਟਨ ਵਿੱਚ ਕੋਈ ਸਾਊਥ ਏਸ਼ੀਅਨ ਭਾਈਚਾਰੇ ਦਾ ਕੋਈ ਮੇਅਰ ਵੇਖਾਂਗੇ ਕਦੋਂ ਸਾਡੇ ਇੱਕ ਤੋਂ ਵੱਧ ਰੀਜਨਲ ਕਾਉਂਸਲਰ ਜਿਹੜੇ ਆ ਉਹ ਬਣ ਸਕਣਗੇ ਕਦੋਂ ਅਸੀਂ ਆਪਣੇ ਆਪ ਇਕੱਠੇ ਹੋ ਕੇ ਇਸ ਤਰੀਕੇ ਨਾਲ ਵੇਖਾਂਗੇ ਕਿ ਅਸੀਂ ਕੈਨੇਡਾ ਲਈ ਬੈਸਟ ਟੈਲੈਂਟ ਅੱਗੇ ਲਿਆਉਣਾ ਆ ਅਸੀਂ ਕਿਵੇਂ ਕਿਸੇ ਨੂੰ ਪ੍ਰਮੋਟ ਕਰਨਾ ਆ ਬਜਾਏ ਕਿ ਅਸੀਂ ਉਹਦੀ ਲੈਂਗੁਏਜ ਬੇਸ 'ਤੇ ਚਾਹੇ ਉਹ ਗੁਜਰਾਤੀ ਹੈ ਉਹ ਹਿੰਦੂ ਹੈ ਉਹ ਸਿੱਖ ਆ ਉਹਦੇ ਭਾਸ਼ਾ ਦੇ ਉੱਤੇ ਅਸੀਂ ਆਪਣਾ ਜਿਹੜਾ ਰੇਸਿਜ਼ਮ ਦੇ ਉੱਤੇ ਅਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਹਾਂ ਜਿਹਦੇ ਬਾਰੇ ਖਾਸ ਤੌਰ 'ਤੇ ਲਾਸਟ ਇਲੈਕਸ਼ਨਸ ਤੋਂ ਜਿਹੜਾ ਇਹ ਡਿਵੀਜ਼ਨ ਜਿਹੜੀ ਆ ਇਹ ਸਾਡੇ ਹੀ ਸਿਟੀ ਦੇ ਵਿੱਚ ਸਾਡੇ ਭਾਈਚਾਰੇ ਵਿੱਚ ਬਹੁਤ ਵੱਧ ਗਈ ਆ ਇਸ ਬਾਰੇ ਵੀ ਅਸੀਂ ਜਿਹੜਾ ਆ ਇਹ ਵਿਚਾਰ ਕਰਨ ਦੀ ਸਾਨੂੰ ਲੋੜ ਆ ਇਸ ਟੌਪਿਕ ਦਾ ਬੇਸਿਕਲੀ ਮੁੱਦਾ ਜਿਹੜਾ ਡਿਸਕਸ਼ਨ ਹੋਈ ਆ ਉਹਦਾ ਰੀਜ਼ਨ ਇਹ ਸੀਗਾ ਕਿ ਅਸੀਂ ਇਹ ਸੋਚ ਸਕੀਏ ਕਿ ਕੀ ਸਾਡੇ ਨਾਲ ਰੇਸਿਜ਼ਮ ਹੋ ਰਿਹਾ ਕੀ ਅਸੀਂ ਰੇਸਿਜ਼ਮ ਕਰ ਰਹੇ ਹਾਂ ਔਰ ਇਹ ਕਦੋਂ ਤੱਕ ਜਿਹੜਾ ਆ ਇਹ ਸਾਡੇ ਵਿੱਚ ਚੱਲਦਾ ਰਹੇਗਾ ਔਰ ਕਿਵੇਂ ਸਾਡਾ ਫਿਊਚਰ ਜਿਹੜਾ ਆ ਉਹ ਬੈਟਰ ਹੋਏਗਾ ਇਸੇ ਉਮੀਦ ਦੇ ਨਾਲ ਮੈਂ ਤੁਹਾਡਾ ਹੋਸਟ ਰੁਪਿੰਦਰ ਹੇਰ ਤੁਹਾਡੇ ਤੋਂ ਇਜਾਜ਼ਤ ਲੈਣਾ ਆ 1 ਘੰਟੇ ਦਾ ਸਮਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਪਤਾ ਨਹੀਂ ਕਿੱਥੇ ਚੱਲਿਆ ਤੁਸੀਂ ਆਪਣਾ ਸੰਡੇ ਦਾ ਦਿਨ ਵਧੀਆ ਦਿਨ ਹੈ ਉਹਨੂੰ ਇੰਜੋਏ ਕਰਦੇ ਰਹੋ ਪ੍ਰੀਕਾਸ਼ਨਸ ਲਓ ਮਾਸਕ ਪਾਓ ਔਰ ਸੋਸ਼ਲ ਡਿਸਟੈਂਸਿੰਗ ਰੱਖੋ ਤਾਂ ਕਿ ਸਾਡੇ ਕੇਸਿਸ ਜਿਹੜੇ ਆ COVID-19 ਦੇ ਘਟਦੇ ਰਹਿਣ ਔਰ ਸੁਣਦੇ ਰਹੋ ਰੇਡੀਓ ਜ਼ਿੰਦਾਬਾਦ ਅਗਲੇ ਸੰਡੇ ਇਸੇ ਟਾਈਮ 1 ਤੋਂ 2 ਤੁਹਾਡਾ ਹੋਸਟ ਤੇ ਦੋਸਤ ਰੁਪਿੰਦਰ ਹੇਰ ਦੁਬਾਰਾ ਹਾਜ਼ਰ ਹੋਏਗਾ ਨਵਾਂ ਟੌਪਿਕ ਨਵੀਆਂ ਗੱਲਾਂ ਦੇਵ ਜੀ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਰੇਡੀਓ ਜ਼ਿੰਦਾਬਾਦ ਵੱਲੋਂ ਚੜ੍ਹਦੀ ਕਲਾ ਬਹੁਤ ਬਹੁਤ ਸ਼ੁਕਰੀਆ